आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਹਰਾ ਨਿਰਪਜਾ ਸਿੰਘ ਉਠ ਪੋਰ ਕੋ ਸ਼ਾਹੋ ਸਮੀਪ ਸਿਧਾਏ ਸਾਥ ਅਦਾਇਬ ਦੇਖ ਕੇ ਪਹੁੰਚਿਓ ਸੀਸ ਨਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਸੁਭਾਇਮਾਨ ਹੋ ਕੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੋਦਾ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਸਤਿਕਾਰਯੋਗ ਭਾਈ ਧਰਮਿੰਦਰ ਸਿੰਘ ਜੀ ਦੇ ਜਥੇ ਪਾਸੋਂ ਆਰਤੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਅੱਜ ਸਮੁੱਚੇ ਸੰਸਾਰ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ 10ਵੇਂ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਮਨਾਇਆ। ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੋ ਆਓ ਹੁਣ ਜੋ ਮਹਾਰਾਜ ਦੀ ਲੜੀਵਾਰ ਕਥਾ ਚੱਲ ਰਹੀ ਹੈ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਜੀ ਮਹਾਰਾਜ ਰਾਜਾ ਜੈ ਸਿੰਘ ਦੇ ਬੰਗਲੇ ਤੋਂ ਚਾਲਾ ਪਾ ਕੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਾਲਾ ਸਾਹਿਬ ਹੈ, ਉੱਥੇ ਖੁੱਲ੍ਹੇ ਥਾਂ 'ਤੇ ਜਮਨਾ ਦੇ ਕਿਨਾਰੇ ਜਾ ਡੇਰਾ ਲਾਇਆ ਹੈ। ਰਾਜਾ ਜੈ ਸਿੰਘ ਨੇ ਆਪਣੇ ਮੰਤਰੀ ਨੂੰ ਨਾਲ ਭੇਜਿਆ ਕਿ ਸਤਿਗੁਰੂ ਕਿਤੇ ਨਾਰਾਜ਼ ਹੋ ਕੇ ਤਾਂ ਨਹੀਂ ਗਏ, ਪਰ ਸਤਿਗੁਰੂ ਜੀ ਨੇ ਆਪ ਹੀ ਦੱਸ ਦਿੱਤਾ ਵੀ ਸਾਡੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਅਸੀਂ ਆਪਣੀ ਮੌਜ ਵਿੱਚ ਹੀ ਇਸ ਸਥਾਨ 'ਤੇ ਆਏ ਹਾਂ ਅਤੇ ਸਦਾ ਹੀ ਇੱਥੇ ਰਹਾਂਗੇ। ਇਹ ਇਸ਼ਾਰਾ ਸੀ ਸਤਿਗੁਰਾਂ ਦਾ, ਜਿਸ ਦੀ ਉਸ ਵੇਲੇ ਤਾਂ ਸੰਗਤ ਨੂੰ ਨਹੀਂ ਸਮਝ ਆਈ। ਬਾਅਦ ਵਿੱਚ ਪਤਾ ਚੱਲਿਆ ਵੀ ਇਹ ਸਦਾ ਦਾ ਹੀ ਪੱਕਾ ਹੀ ਟਿਕਾਣਾ 8ਵੇਂ ਪਾਤਸ਼ਾਹ ਦਾ ਇਹ ਜਗ੍ਹਾ ਬਣਨੀ ਸੀ। ਅੱਜ ਵੀ ਉੱਥੇ ਹੀ ਗੁਰੂ ਸਾਹਿਬ ਦੀ ਜੋਤ ਪ੍ਰਕਾਸ਼ਮਾਨ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅੰਗੀਠਾ ਹੈ, ਮਾਤਾ ਸੁੰਦਰੀ ਜੀ ਦਾ ਅਤੇ ਮਾਤਾ ਸਾਹਿਬ ਦੇਵਾਂ ਜੀ ਦਾ। ਸੋ ਉਹ ਅਸਥਾਨ ਦਿੱਲੀ ਦੇ ਵਿੱਚ ਗੁਰਦੁਆਰਾ ਬਾਲਾ ਸਾਹਿਬ, ਉੱਥੇ ਸਤਿਗੁਰੂ ਜੀ ਨੇ ਤੋਪਖਾਨੇ ਦੇ ਲਾਗੇ ਪੜਾਅ ਕਰ ਲਿਆ ਹੈ। ਉਹ ਕਥਾ ਪ੍ਰੇਮ ਨਾਲ ਆਪ ਜੀ ਸਰਵਣ ਕਰੋ। ਸਮੇਂ ਦੇ ਲਿਹਾਜ਼ ਨਾਲ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਆਖੋ ਸਤਨਾਮ ਸ੍ਰੀ ਵਾਹਿ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਰਪਜਾ ਸਿੰਘ ਉਠ ਪੋਰ ਕੋ ਅਗਲੇ ਦਿਨ ਸਵੇਰੇ ਰਾਜਾ ਜੈ ਸਿੰਘ ਉੱਠਿਆ ਹੈ ਸ਼ਾਹ ਸਮੀਪ ਸਿਧਾਏ ਔਰ ਬਾਦਸ਼ਾਹ ਦੀ ਕਚਹਿਰੀ ਵਿੱਚ ਗਿਆ ਹੈ। ਸਾਥ ਅਦਾਇਬ ਦੇਖ ਕੇ ਬਾਦਸ਼ਾਹ ਨੂੰ ਬੜੇ ਅਦਬ ਨਾਲ ਨਮਸਕਾਰ ਕੀਤੀ ਹੈ। ਪਹੁੰਚਿਓ ਸੀਸ ਨਵਾਏ। ਬਾਦਸ਼ਾਹ ਨੂੰ ਸਲਾਮ ਬੋਲਿਆ ਹੈ ਜਾ ਕੇ ਰਾਜਾ ਜੈ ਸਿੰਘ। ਚੌਪਈ ਨਾਰੰਗ ਦ੍ਰਿਗ ਅਵਲੋਕਨ ਰੇਸ਼ਾ। ਔਰੰਗਜ਼ੇਬ ਨੇ ਜਦੋਂ ਰਾਜੇ ਜੈ ਸਿੰਘ ਵੱਲ ਵੇਖਿਆ ਬੂਝੀ ਗੁਰ ਕੀ ਗਾਥ ਵਿਸ਼ੇਸ਼ਾ। ਤੇ ਗੁਰੂ ਸਾਹਿਬ ਜੀ ਬਾਰੇ ਪੁੱਛਿਆ ਹੈ। ਕਿਮ ਸੇਵਾ ਕਰ ਕੈ ਪਹਿਚਾਨੇ। ਹਾਂ, ਦੇਖੋ ਰਾਜਾ ਜੈ ਸਿੰਘ, ਤੁਸੀਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਬੁਲਾਇਆ ਸੀ, ਦੱਸੋ ਗੁਰੂ ਸਾਹਿਬ ਨੂੰ ਕਿੱਦਾਂ ਦਾ ਪਛਾਣਿਆ? ਤੁਹਾਨੂੰ ਉਹਨਾਂ ਦੀ ਕਲਾ, ਉਹਨਾਂ ਦੀ ਸ਼ਕਤੀ ਦਾ ਕੋਈ ਅਨੁਭਵ ਹੋਇਆ? ਬੈਸ ਇਆਨੇ ਪਰਮ ਸੁਜਾਨੇ। ਕਿ ਉਮਰ ਛੋਟੀ ਹੈ ਤੇ ਬਹੁਤ ਸਿਆਣੇ ਸੁਜਾਨ ਹਨ। ਕਰਾਮਾਤ ਕੁਛ ਪਰਖਣ ਕਰੀ। ਕੋਈ ਉਹਨਾਂ ਦੀ ਕਰਾਮਾਤ ਵੇਖੀ ਹੈ? ਕੋਈ ਉਹਨਾਂ ਕੋਲ ਸ਼ਕਤੀ ਹੈ? ਜਿਵੇਂ ਵੱਡੇ ਭਰਾ ਕੋਲ ਹੈ ਬਾਬੇ ਰਾਮ ਰਾਏ ਕੋਲ ਕਰਾਮਾਤ, ਕਿ ਛੋਟੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚ ਵੀ ਕੋਈ ਕਰਾਮਾਤ ਵੇਖੀ ਹੈ ਤੁਸੀਂ? ਆਹ ਕਿ ਦਹ ਬੜ ਸ਼ਕਤੀ ਧਰੀ। ਉਹਨਾਂ 'ਚ ਕੋਈ ਸ਼ਕਤੀ, ਕੋਈ ਕਰਾਮਾਤ, ਕੋਈ ਪਾਵਰ ਵੇਖੀ ਹੈ ਕਿ ਨਹੀਂ? ਰਹਿ ਸਮੀਪ ਪਿਖਤ ਅਰ ਬੋਲਨ। ਤੁਸੀਂ ਉਹਨਾਂ ਦੇ ਕੋਲ ਰਹਿੰਦੇ ਹੋ, ਉਹਨਾਂ ਦਾ ਵਿਹਾਰ ਕਿੱਦਾਂ ਦਾ ਹੈ, ਬੋਲਣਾ ਕਿੱਦਾਂ ਦਾ ਹੈ, ਬੈਠਣਾ ਕਿੱਦਾਂ ਦਾ ਹੈ, ਉਹਨਾਂ ਦੀ ਬਿਰਤੀ ਕਿੱਦਾਂ ਦੀ ਹੈ, ਇਹ ਤਾਂ ਤੁਸੀਂ ਨੋਟ ਕੀਤੀ ਹੋਣੀ ਹੈ। ਕੇਤਕ ਪਾਰ ਕਰਿਓ ਤਾ ਤੋਲਨ। ਔਰ ਕਿੰਨੇ ਕੁ ਭਾਰੇ ਹਨ? ਭਾਰੇ ਤੋਂ ਭਾਵ ਸਰੀਰ ਦੇ ਭਾਰ ਦੀ ਗੱਲ ਨਹੀਂ ਹੋ ਰਹੀ। ਗੁਰੂ ਸਾਹਿਬ ਜੀ ਦੀ ਆਤਮਿਕ ਅਵਸਥਾ ਕਿੱਦਾਂ ਦੀ ਹੈ? ਸਨ ਮਹਿ ਪਾਲਕ ਹਾਥਨ ਬੰਦ। ਰਾਜੇ ਜੈ ਸਿੰਘ ਨੇ ਔਰੰਗਜ਼ੇਬ ਦਾ ਸਵਾਲ ਸੁਣ ਕੇ ਹੱਥ ਜੋੜ ਲਏ। ਕਹਿਓ ਕਿ ਆਹ ਅਤੋਲ ਬਿਲੰਦ। ਕਹਿਣ ਲੱਗਾ, ਹੇ ਬਾਦਸ਼ਾਹ ਸਲਾਮਤ, ਗੁਰੂ ਸਾਹਿਬ ਜੀ ਨੂੰ ਕੋਈ ਤੋਲ ਨਹੀਂ ਸਕਦਾ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਮਹਿਮਾ ਨੂੰ ਕੋਈ ਪੂਰੀ ਤਰ੍ਹਾਂ ਮਾਪ ਨਹੀਂ ਸਕਦਾ, ਕੋਈ ਜਾਣ ਨਹੀਂ ਸਕਦਾ। ਕੋ ਸਮਰੱਥ ਜੋ ਪਰਖੈ ਭਾਰ। ਕੌਣ ਇਹੋ ਜਿਹਾ ਸਮਰੱਥ ਹੈ ਜਿਹੜਾ ਉਹਨਾਂ ਦਾ ਭਾਰ ਪਰਖ ਲਵੇ? ਮਹਾ ਗੰਭੀਰ ਸਧੀਰ ਉਦਾਰ। ਮਹਾ ਗੰਭੀਰ ਤੇ ਧੀਰਜਵਾਨ ਤੇ ਉਦਾਰ ਆਤਮਾ ਬੜੇ ਮਹਾਨ ਹਨ ਸਤਿਗੁਰੂ ਜੀ। ਪਟਰਾ ਨੀਮੈ ਕੋਨ ਬਿਠਾਈ। ਮੈਂ ਆਪਣੀ ਵੱਡੀ ਰਾਣੀ ਨੂੰ ਦਾਸੀਆਂ ਵਾਲੇ ਕੱਪੜੇ ਪਾ ਕੇ ਤੇ ਇੱਕ ਖੁੰਝੇ 'ਚ ਬਿਠਾ ਦਿੱਤਾ ਸੀ
ਤੇ ਛੋਟੀਆਂ ਰਾਣੀਆਂ ਨੂੰ ਵੱਡੇ ਰਾਣੀ ਦੀ ਥਾਂ ਤੇ ਵਧੀਆ ਵਧੀਆ ਬਸਤਰ 9 ਲੱਖੇ ਹਾਰ ਪਵਾ ਕੇ ਬਿਠਾਇਆ ਸੀ। ਅਪਰ ਭਲੇ ਥਲ ਮੈਂ ਸਮੁਦਾਈ। ਬਾਕੀ ਸਾਰੀਆਂ ਉੱਚੀਆਂ ਬੈਠੀਆਂ ਸਨ ਤੇ ਵੱਡੀ ਰਾਣੀ ਸਭ ਤੋਂ ਪਿੱਛੇ ਲੁਕ ਕੇ ਬੈਠੀ ਸੀ ਔਰ ਦਾਸੀਆਂ ਵਾਲੇ ਗੋਲੀਆਂ ਵਾਲੇ ਕੱਪੜੇ ਪਾ ਕੇ ਛੁਪ ਕੇ ਬੈਠੀ ਸੀ। ਜੇ ਅੰਤਰ ਜਾਮੀ ਗੁਰ ਅਹ। ਤੇ ਮਨ ਵਿੱਚ ਇਹ ਅਰਦਾਸ ਕਰ ਰਹੀ ਸੀ ਮੇਰੀ ਰਾਣੀ ਵੀ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੰਤਰਜਾਮੀ ਹਨ ਮਹਿ ਕੀ ਅੰਕ ਜਾਏ ਕਰ ਬਹਿ। ਤੇ ਮੇਰੇ ਕੋਲ ਹੀ ਮੇਰੀ ਗੋਦ ਵਿੱਚ ਹੀ ਆ ਕੇ ਬੈਠਣਗੇ, ਵੱਡੀ ਰਾਣੀ ਦੀ ਗੋਦੀ ਵਿੱਚ ਬੈਠਣਗੇ। ਇਹ ਸਾਰਿਆਂ ਨੇ ਅਸੀਂ ਗੁਪਤ ਆਪਣੇ ਮਨ 'ਚ ਫੁਰਨਾ ਕੀਤਾ ਸੀ, ਕਿਸੇ ਨੂੰ ਦੱਸਿਆ ਨਹੀਂ ਸੀ। ਇਸ ਨੂੰ ਗੁਰੂ ਸਾਹਿਬ ਅੰਤਰਜਾਮੀ ਹੀ ਜਾਣਦੇ ਸਨ। ਇਮ ਚਿਤਵਤ ਕਰ ਮੈਂ ਸਭ ਤਿਆਰੀ। ਇਦਾਂ ਅਸੀਂ ਆਪਣੇ ਮਨ ਵਿੱਚ ਫੁਰਨਾ ਕਰ ਲਿਆ, ਤਿਆਰੀ ਕਰ ਲਈ ਬਈ ਗੁਰੂ ਸਾਹਿਬ ਸਾਡੇ ਘਰ ਆਉਣਗੇ ਤੇ ਵੱਡੀਆਂ ਰਾਣੀਆਂ, ਵੱਡੀ ਰਾਣੀ ਤਾਂ ਛੋਟੀ ਬਣ ਕੇ ਬੈਠੇਗੀ ਤੇ ਛੋਟੀਆਂ ਰਾਣੀਆਂ ਵੱਡੀ ਦੀ ਥਾਂ ਤੇ ਬੈਠਣਗੀਆਂ। ਤੇ ਜੇ ਗੁਰੂ ਸਾਹਿਬ ਅੰਤਰਜਾਮੀ ਹੋਏ ਤੇ ਛੋਟੀ ਰਾਣੀ ਦੀ, ਵੱਡੀ ਰਾਣੀ ਦੀ ਗੋਦ ਵਿੱਚ ਬੈਠਣਗੇ ਤੇ ਬਾਕੀਆਂ ਦੇ ਕੋਲ ਨਹੀਂ ਬੈਠਣਗੇ। ਇਦਾਂ ਮੇਰੇ ਸਾਡਾ ਪੱਕਾ ਫੁਰਨਾ ਕੀਤਾ ਹੋਇਆ ਸੀ। ਆਏ ਕੀਨ ਮੈਂ ਬਿਨੈ ਅਗਾਰੀ। ਤੇ ਮੈਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਹਮ ਤੇ ਪਤਾ ਚਾਹੈ ਮਨ ਜਾਨ। ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਸਾਡੇ ਘਰ ਆਓ। ਤੇ ਮਹਾਰਾਜ ਸਾਡੇ ਘਰ ਆਏ, ਪਰ ਮਨ ਵਿੱਚ ਇਹ ਸੋਚ ਕੇ ਵੀ ਰਾਜਾ ਸਾਡਾ ਇਮਤਿਹਾਨ ਲੈਣਾ ਚਾਹੁੰਦਾ ਹੈ, ਪਤਿਆਣਾ ਚਾਹੁੰਦਾ ਸਾਨੂੰ। ਜਾਂ ਤੇ ਰੁਖ ਫੇਰਨ ਕੋ ਠਾਨ। ਤਾਂ ਮਹਾਰਾਜ ਕੁਝ ਨਾਰਾਜ਼ ਹੋ ਗਏ, ਅੰਦਰ ਕੁੰਡੀ ਲਾ ਕੇ ਬਿਰਾਜੇ ਰਹੇ। ਮੈਂ ਦਰਵਾਜ਼ਾ ਖੜਕਾਉਂਦਾ ਰਿਹਾ। ਤਉ ਹੋਏ ਨ ਮਰੀ ਬਹੁ ਭਾਂਤੀ। ਫਿਰ ਮੈਂ ਬੜੀ ਨਿਮਰਤਾ ਨਾਲ ਜਦੋਂ ਬਹੁਤ ਬੇਨਤੀਆਂ ਕੀਤੀਆਂ ਕਹਿ ਕਹਿ ਕੀਰਤ ਕੀ ਗਨ ਬਾਤੀ। ਤੇ ਮਹਾਰਾਜ ਦੀ ਕੀਰਤੀ ਕੀਤੀ, ਉਹਨਾਂ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ। ਲੈ ਗਮਨਿਓ ਮੰਦਰ ਰਣਵਾਸ। ਤੇ ਫਿਰ ਮੰਨ ਵੀ ਗਏ ਤੇ ਮੇਰੇ ਨਾਲ ਮੇਰੇ ਮਹਿਲਾਂ ਵੱਲ ਤੁਰ ਪਏ। ਜਬ ਪਹੁੰਚੇ ਸਭ ਤ੍ਰਿਅਨ ਪਾਸ। ਪਰ ਜਦੋਂ ਮੇਰੇ ਘਰ ਆਏ ਤੇ ਮੇਰੀਆਂ ਰਾਣੀਆਂ ਵਧੀਆ ਵਧੀਆ ਕੱਪੜੇ ਗਹਿਣੇ ਪਾ ਕੇ ਸਜ ਧਜ ਕੇ ਬੈਠੀਆਂ ਰਹੀਆਂ। ਫੂਲ ਛਰੀ ਸਿਰ ਤਰ ਕਹਿ ਬਾਨੀ। ਤੇ ਮਹਾਰਾਜ ਆਪਣੇ ਹੱਥ ਵਿੱਚ ਫੜੀ ਹੋਈ ਫੁੱਲਾਂ ਦੀ ਛੜੀ ਉਹ ਇੱਕ ਰਾਣੀ ਦੇ ਸਿਰ ਤੇ ਲਾਉਂਦੇ ਸਨ ਤੇ ਕਹਿੰਦੇ ਸਨ ਇਹ ਪਟਰਾਣੀ ਨਹੀਂ। ਤੇ ਫਿਰ ਦੂਜੀ ਰਾਣੀ ਦੇ ਸਿਰ ਤੇ ਛਟੀ ਲਾਉਂਦੇ, ਕਹਿੰਦੇ ਇਹ ਵੀ ਪਟਰਾਣੀ ਨਹੀਂ। ਫਿਰ ਤੀਸਰੀ ਰਾਣੀ ਦੇ, ਇਸ ਤਰ੍ਹਾਂ ਸਾਰੀਆਂ ਰਾਣੀਆਂ ਦੇ ਸਿਰ ਤੇ ਛੜੀ ਲਾਉਂਦੇ ਗਏ ਤੇ ਬੋਲਦੇ ਗਏ ਨਹਿ ਭੂਪਤ ਕੀ ਇਹ ਪਟਰਾਨੀ। ਇਹ ਰਾਜਾ ਜੈ ਸਿੰਘ ਦੀ ਪਟਰਾਣੀ ਨਹੀਂ, ਇਹ ਰਾਜਾ ਜੈ ਸਿੰਘ ਦੀ ਪਟਰਾਣੀ ਨਹੀਂ, ਇਹ ਵੀ ਵੱਡੀ ਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਇਦਾਂ ਬੋਲਦੇ ਜਾਂਦੇ ਸਨ। ਸਗਰੀ ਨਾਰ ਉਲੰਘਤ ਗਏ। ਸਾਰੀਆਂ ਰਾਣੀਆਂ ਦੇ ਕੋਲੋਂ ਲੰਘ ਗਏ। ਬੈਠੀ ਜਹਾਂ ਮਲਨ ਪਟ ਲਏ। ਜਿੱਥੇ ਵੱਡੀ ਰਾਣੀ ਸਾਦੇ ਜੇ ਖੱਦਰ ਦੇ ਮੋਟੇ ਜੇ ਨੌਕਰਾਣੀਆਂ ਵਾਲੇ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠੀ ਸੀ ਬਿਨਾਂ ਗਹਿਣਿਆਂ ਤੋਂ, ਤਰੇ ਮਨੋਰਥ ਇਮ ਉਰਮਾਹੀ। ਤੇ ਮਨ ਵਿੱਚ ਅਰਦਾਸ ਕਰ ਰਹੀ ਸੀ ਵੀ ਜੇ ਅੰਤਰਜਾਮੀ ਹਨ ਤਾਂ ਮੇਰੀ ਗੋਦ ਵਿੱਚ ਆ ਕੇ ਬੈਠਣਗੇ। ਮੋਹ ਬਿਨ ਅੰਕ ਨ ਬੈਠਹਿ ਕਾਹੀ। ਮੇਰੇ ਤੋਂ ਬਿਨਾਂ ਹੋਰ ਕਿਸੇ ਰਾਣੀ ਦੇ ਕੋਲ ਨਹੀਂ ਬੈਠਣਗੇ। ਸੋ ਮਨ ਜਾਣ ਗਏ ਤਿਸ ਪਾਸ। ਤੇ ਮਹਾਰਾਜ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਡੀ ਰਾਣੀ ਦੀ ਅਰਦਾਸ ਸੁਣ ਕੇ ਉਹਦੇ ਕੋਲ ਪਹੁੰਚੇ। ਇਹ ਪਟਰਾਨੀ ਬਾਕ ਪ੍ਰਕਾਸ਼। ਤੇ ਇਹ ਬਚਨ ਆਖਿਆ ਇਹ ਪਟਰਾਣੀ ਹੈ, ਇਹ ਵੱਡੀ ਰਾਣੀ ਹੈ। ਬੈਠੇ ਜਾਏ ਅੰਕ ਤਤਕਾਲਾ। ਉਹ ਵੱਡੀ ਰਾਣੀ ਦੀ ਗੋਦ ਵਿੱਚ ਜਾ ਬੈਠੇ। ਪਈ ਬਿਸਮ ਅਵਲੋਕਤ ਬਾਲਾ। ਤੇ ਮੇਰੀ ਰਾਣੀਆਂ ਸਾਰੀਆਂ ਹੀ ਵੇਖ ਕੇ ਹੈਰਾਨ ਹੋ ਗਈਆਂ ਵੀ ਅੰਤਰਜਾਮੀ ਸਤਿਗੁਰੂ ਨੇ ਸਾਡਾ ਫੁਰਨਾ ਜਾਣ ਲਿਆ ਹੈ। ਪਰਖਨ ਕੀ ਪਿਤ ਸਗਰੀ ਜਾਨੀ। ਸਭ ਜਾਣ ਗਏ ਸਤਿਗੁਰੂ ਵੀ ਸਾਨੂੰ ਇਹਨਾਂ ਨੇ ਪਰਖਣ ਵਾਸਤੇ ਸਵਾਂਗ ਰੰਭਿਆ ਹੈ। ਰਾਣੀ ਨੇ ਵੀ ਪਰਖਣ ਵਾਸਤੇ ਆਪਣੇ ਕੱਪੜੇ ਰਾਣੀਆਂ ਵਾਲੇ ਨਹੀਂ ਪਾਏ ਤੇ ਗੋਲੀਆਂ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬੈਠੀ ਹੈ। ਇਹ ਰਾਣੀ ਤੇ ਰਾਜਾ ਤੇ ਸਾਰੇ ਸਾਨੂੰ ਪਰਖਣ ਦੀ ਕੋਸ਼ਿਸ਼ ਕਰ ਰਹੇ ਨੇ। ਕੁਛ ਕੋਪ ਤੇ ਗਿਰਾ ਬਖਾਨੀ। ਤੇ ਫਿਰ ਨਾਰਾਜ਼ ਹੋ ਗਏ ਤੇ ਗੁੱਸੇ 'ਚ ਥੋੜਾ ਜਿਹਾ ਕਠੋਰ ਬਚਨ ਕਰਤਾ, ਕਹਿਣ ਲੱਗੇ ਤੁਹਾਡੀ ਔਲਾਦ 'ਚ ਸੁੱਖ ਨਹੀਂ ਰਹਿਣਾ, ਗੁਰੂਆਂ ਪੀਰਾਂ ਨੂੰ ਨਹੀਂ ਪਰਖੀਦਾ ਹੁੰਦਾ। ਹਾਂਜੀ, ਸੁਨ ਹਮ ਹਾਥ ਜੋਰ ਬਖਸ਼ਾਈ। ਫਿਰ ਅਸੀਂ, ਮੈਂ ਤੇ ਮੇਰੀਆਂ ਰਾਣੀਆਂ ਨੇ ਪੈਰ ਫੜ ਲਏ ਤੇ ਮੈਂ ਪੱਗ ਲਾ ਕੇ ਚਰਨਾਂ ਦੇ ਰੱਖਤੀ। ਰਾਜੇ ਜੈ ਸਿੰਘ ਨੇ ਆਪਣਾ ਦਸਤਾਰਾ ਲਾ ਕੇ ਤੇ ਮਹਾਰਾਜ ਦੇ ਚਰਨਾਂ ਦੇ ਰੱਖਤਾ ਵੀ ਮਹਾਰਾਜ ਬਖਸ਼ ਦਿਓ, ਸਾਡੇ ਤੋਂ ਭੁੱਲ ਹੋ ਗਈ, ਅਸੀਂ ਗਲਤੀ ਕਰ ਬੈਠੇ ਹਾਂ ਪਰ ਸਾਨੂੰ ਹੁਣ ਬਖਸ਼ ਦਿਓ।
ਤੇ ਫਿਰ ਦਿਆਲੂ ਵੀ ਹੋ ਗਏ। ਇਮ ਅਜ਼ਮਤ ਕਾਮਲ ਪਤਿਆਈ। ਇਸ ਤਰ੍ਹਾਂ ਅਸੀਂ ਵੇਖਿਆ ਹੈ ਬਾਦਸ਼ਾਹ ਸਲਾਮਤ ਗੁਰੂ ਹਰਕ੍ਰਿਸ਼ਨ ਸਾਹਿਬ ਵਰਗੀ ਕਰਾਮਾਤ ਸ਼ਕਤੀ ਕਿਸੇ ਵਿੱਚ ਨਹੀਂ ਹੈ। ਸੁਨਨੋ ਰੰਗ ਮਨ ਸਾਚੀ ਜਾਨ। ਔਰੰਗਜ਼ੇਬ ਬਾਦਸ਼ਾਹ ਰਾਜਾ ਜੈ ਸਿੰਘ ਤੋਂ ਸੁਣ ਕੇ ਮੰਨ ਗਿਆ ਓਜਾ ਸਿੰਘ ਮੇਲ ਮਮਠਾਨ। ਤੇ ਕਹਿੰਦਾ ਜੈ ਸਿੰਘ ਜਿਵੇਂ ਕਿਵੇਂ ਗੁਰੂ ਸਾਹਿਬ ਨੂੰ ਮਨਾ ਲੈ, ਮੈਨੂੰ ਦਰਸ਼ਨ ਦੇ ਦੇਣ। ਮੈਨੂੰ ਉਹਨਾਂ ਦੇ ਦਰਸ਼ਨ ਨਹੀਂ ਹੋ ਰਹੇ, ਮੈਨੂੰ ਮਿਲਦੇ ਨਹੀਂ, ਕਿਉਂਕਿ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪਰਣ ਕੀਤਾ ਸੀ ਵੀ ਅਸੀਂ ਪਾਪੀ ਦੇ ਔਰੰਗੇ ਦੇ ਮੱਥੇ ਹੀ ਨਹੀਂ ਲੱਗਣਾ, ਇਹਨੂੰ ਦਰਸ਼ਨ ਦੇਣੇ ਹੀ ਨਹੀਂ, ਨਾ ਇਹਦੇ ਦਰਸ਼ਨ ਕਰਨੇ ਆ। ਔਰੰਗਜ਼ੇਬ ਬਾਰ-ਬਾਰ ਇਹੀ ਤਰਲੇ ਕੱਢਦਾ ਸੀ, ਮੈਨੂੰ ਮਹਾਰਾਜ ਦਰਸ਼ਨ ਦੇ ਦੇਣ, ਮੈਨੂੰ ਦਰਸ਼ਨ ਦੇ ਦੇਣ। ਤੇ ਹੁਣ ਫਿਰ ਕਹਿੰਦਾ ਜੈ ਸਿੰਘ ਤੂੰ ਮੇਰੀ ਗੱਲ ਬਣਾ ਸਕਦਾ ਹੈ, ਜੇ ਮਹਾਰਾਜ ਮੰਨ ਜਾਣ ਤੇ ਮੈਨੂੰ ਇੱਕ ਦਰਸ਼ਨ ਦੇ ਸਮਾਂ ਦੇ ਦੇਣ, ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਜਿਉਂ ਕਿਉਂ ਕਰ ਦਰਸ਼ਨ ਕਰਵਾਵਹੁ। ਜਿਵੇਂ ਕਿਵੇਂ ਇੱਕ ਵਾਰੀ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾ ਦੇ। ਅਜ਼ਮਤ ਤਿਨਕੀ ਤਬ ਹੈ ਦਿਖਾਵਹੁ। ਮੈਂ ਉਹਨਾਂ ਦੀ ਕਰਾਮਾਤ, ਉਹਨਾਂ ਦੀ ਸ਼ਕਤੀ ਵੇਖਣੀ ਚਾਹੁੰਦਾ ਹਾਂ। ਨਿਜ ਦਿਸ਼ ਤੇ ਕਹਿ ਕੇ ਬਹੁ ਪ੍ਰੀਤ। ਮੇਰੇ ਵੱਲੋਂ ਬੇਨਤੀ ਕਰੀ ਪੀਰ ਬਾਦਸ਼ਾਹ ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ ਕੀ ਜਹ ਬਿਰਮਾਵਨ ਸ਼ਬਚੀਤ। ਤੇ ਤੁਸੀਂ ਉਹਨਾਂ ਨੂੰ ਮਨਾਓ, ਜਿਵੇਂ ਵੀ ਹੁੰਦਾ ਨਾ, ਬੇਨਤੀਆਂ ਕਰ ਕਰਕੇ ਮੇਰੇ ਵੱਲੋਂ ਕਹਿ ਕੇ ਤੇ ਇੱਕ ਵਾਰੀ ਮਨਾ ਲਓ ਤੇ ਹਾਂ ਕਰ ਦੇਣ, ਤੇ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰ ਲਵਾਂ। ਤਬ ਜੈ ਸਿੰਘ ਕਹਿਓ ਕਰ ਜੋਰ। ਤਾਂ ਰਾਜਾ ਜੈ ਸਿੰਘ ਨੇ ਹੱਥ ਜੋੜ ਕੇ ਆਖਿਆ ਕਿਉਂ ਨਾ ਕਰੋ ਮੈਂ ਰਾਵਰ ਲੋਰ। ਹੇ ਬਾਦਸ਼ਾਹ ਸਲਾਮਤ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ। ਕਿਉਂ ਨਹੀਂ ਕਰਾਂਗਾ, ਕਿਉਂਕਿ ਮੈਂ ਤੇ ਤੁਹਾਡਾ ਨੌਕਰ ਹਾਂ, ਤੁਹਾਡਾ ਦਾਸ ਹਾਂ। ਪੂਰਬ ਬਹੁਤ ਬਾਰ ਮੈਂ ਭਾਖਾ। ਇਸ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਨੂੰ ਕਈ ਵਾਰ ਬੇਨਤੀ ਕਰ ਚੁੱਕਾ ਹਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਬਾਦਸ਼ਾਹ ਨੂੰ ਦਰਸ਼ਨ ਦਿਓ। ਮਿਲਨ ਤੁਮਾਰੀ ਜਸ ਅਬਿਲਾਖਾ। ਤੁਹਾਡੀ ਜਿਹੜੀ ਇੱਛਾ ਹੈ ਬਾਦਸ਼ਾਹ ਉਹਨਾਂ ਨੂੰ ਮਿਲਣ ਦੀ, ਉਹ ਮੈਂ ਕਈ ਵਾਰੀ ਗੁਰੂ ਸਾਹਿਬ ਅੱਗੇ ਜ਼ਾਹਰ ਕਰ ਚੁੱਕਾ ਹਾਂ। ਅਬ ਵੀ ਯਤਨ ਕਰੋ ਕਹਿ ਬਿਨਾ। ਹੁਣ ਵੀ ਮੈਂ ਯਤਨ ਕਰਾਂਗਾ, ਹੁਣ ਫਿਰ ਮੈਂ ਬੇਨਤੀ ਕਰਾਂਗਾ, ਜੇ ਮੰਨ ਗਏ ਤਾਂ ਜਥਾ ਮਿਲਨ ਰਾਵਰ ਕੇ ਬਨੇ। ਪੂਰੀ ਕੋਸ਼ਿਸ਼ ਹੋਵੇਗੀ ਬਾਦਸ਼ਾਹ ਸਲਾਮਤ ਤੁਹਾਡਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮਿਲਣ ਦਾ ਸਮਾਂ ਨਿਯਤ ਕੀਤਾ ਜਾਵੇ ਤੇ ਸਤਿਗੁਰੂ ਜੀ ਤੁਹਾਨੂੰ ਦਰਸ਼ਨ ਦੇਣ ਲਈ ਮੰਨ ਜਾਣ। ਇਮ ਕਹਿ ਸੁਣ ਕੇ ਭੂਪਤ ਆਇਓ। ਇਸ ਤਰ੍ਹਾਂ ਰਾਜਾ ਜੈ ਸਿੰਘ ਬਾਦਸ਼ਾਹ ਨੂੰ ਕਹਿ ਸੁਣ ਕੇ ਆ ਜਾਂਦਾ ਸੀ। ਰਾਜਾ ਵਿਚਾਰਾ ਵਿਚਕਾਰ ਫਸਿਆ ਹੋਇਆ ਸੀ, ਉਧਰੋਂ ਬਾਦਸ਼ਾਹ ਤੋਂ ਵੀ ਡਰਦਾ ਸੀ, ਇੱਧਰ ਸਤਿਗੁਰਾਂ ਤੋਂ ਵੀ ਡਰਦਾ ਸੀ। ਬਾਦਸ਼ਾਹ ਕਹਿੰਦਾ ਸੀ ਮੈਨੂੰ ਦਰਸ਼ਨ ਕਰਾ ਦਿਓ ਗੁਰੂ ਸਾਹਿਬ ਦੇ, ਤੇ ਸਤਿਗੁਰੂ ਕਹਿੰਦੇ ਅਸੀਂ ਮੱਥੇ ਲੱਗਣਾ ਹੀ ਨਹੀਂ ਇਹਦੇ ਪਾਪੀ ਦੇ। ਇਸ ਤਰ੍ਹਾਂ ਦੀ ਸਮੱਸਿਆ ਰਾਜੇ ਜੈ ਸਿੰਘ ਵਾਸਤੇ ਬਣੀ ਹੋਈ ਸੀ। ਬੈਠ ਸਦਨ ਪ੍ਰਧਾਨ ਬੁਲਾਇਓ। ਫਿਰ ਰਾਜੇ ਨੇ ਆਪਣੇ ਮੰਤਰੀ ਬੁਲਾਏ ਹਨ ਆਪਣੇ ਬੰਗਲੇ ਵਿੱਚ। ਕਹੋ ਸਤਿਗੁਰ ਕੀ ਬਾਤ ਬੁਝਾਏ। ਆਪਣੇ ਮੰਤਰੀ ਨੂੰ ਪੁੱਛਿਆ ਹੈ, ਮੰਤਰੀ ਜੀ ਦੱਸੋ ਮਹਾਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਰੇ ਵੀ, ਉਹ ਇੱਥੋਂ ਬੰਗਲੇ ਚੋਂ ਕਿਉਂ ਗਏ ਨੇ ਤੇ ਕਿੱਥੇ ਜਾ ਬੈਠੇ ਨੇ? ਜਾਏ ਬਹਰ ਕਿਮ ਸਿਵਰ ਲਗਾਏ। ਉਹਨਾਂ ਨੇ ਬਾਹਰ ਖੁੱਲੀ ਥਾਂ ਤੇ ਕਿਉਂ ਡੇਰਾ ਲਾਇਆ, ਐਡਾ ਸੋਹਣਾ ਬੰਗਲਾ ਛੱਡ ਕੇ, ਤੇ ਉਹ ਬਾਹਰ ਜਮਨਾ ਦੇ ਕੰਢੇ ਤੇ ਜਾ ਕੇ ਬੈਠ ਗਏ ਨੇ? ਇਸ ਗੱਲ ਦੀ ਸਮਝ ਨਹੀਂ ਆਈ। ਕਿਸੇ ਗੱਲ ਤੋਂ ਨਾਰਾਜ਼ ਨੇ ਸਾਡੇ ਨਾਲ? ਜੇ ਸਾਡੇ ਕੋਲੋਂ ਕੋਈ ਭੁੱਲ ਗਲਤੀ ਹੋ ਗਈ ਹੈ ਤੇ ਆਪਾਂ ਫਿਰ ਚੱਲ ਕੇ ਮਾਫੀ ਮੰਗ ਲੈਂਦੇ ਹਾਂ। ਮੋਹ ਪਰ ਕੋਪ ਨਹੀਂ ਹੋਏ ਗਏ। ਕਿਤੇ ਮੇਰੇ ਤੇ ਨਾਰਾਜ਼ ਤਾਂ ਨਹੀਂ ਹੋ ਗਏ, ਕਿਉਂਕਿ ਮੈਂ ਉਹਨਾਂ ਦੀ ਪ੍ਰੀਖਿਆ ਕੀਤੀ ਹੈ, ਤੇ ਪ੍ਰੀਖਿਆ ਕਰਨ ਕਰਕੇ ਮਹਾਂਪੁਰਸ਼ ਨਾਰਾਜ਼ ਹੋ ਜਾਂਦੇ ਨੇ। ਤੇ ਜੇ ਮੇਰੇ ਨਾਲ ਨਾਰਾਜ਼ ਹੋ ਗਏ ਨੇ ਤੇ ਆਪਾਂ ਯਤਨ ਕਰਕੇ ਉਹਨਾਂ ਨੂੰ ਮਨਾ ਲਈਏ ਤੇ ਉਹਨਾਂ ਨੂੰ ਆਖੀਏ ਵੀ ਬੰਗਲੇ 'ਚ ਆ ਕੇ ਘਰ ਵਿੱਚ ਰਹੋ, ਬਾਹਰ ਤੰਬੂਆਂ ਦੇ ਵਿੱਚ ਨਦੀ ਦੇ ਕੰਢੇ ਤੇ ਡੇਰਾ ਲਾ ਲਿਆ ਜਾ ਕੇ, ਉੱਥੇ ਸੰਗਤ ਨੂੰ ਵੀ ਔਖਿਆਈ ਹੋਣੀ ਹੈ, ਲੰਗਰ ਪਾਣੀ ਦੀ ਵੀ, ਰਹਿਣ ਸਹਿਣ ਦੀ, ਤੇ ਬਾਹਰ ਤੰਬੂਆਂ 'ਚ ਕਿਵੇਂ ਰਹਿਣਗੇ? ਮਹਾਰਾਜ ਨੂੰ ਬੇਨਤੀ ਕਰੋ ਵੀ ਘਰ ਆ ਜਾਣ ਬੰਗਲੇ ਵਿੱਚ। ਟਿਕਤੇ ਦੂਰ ਸਦਾਰਤ ਭਏ। ਔਰ ਨੇੜਿਓਂ ਦੂਰ ਚਲੇ ਗਏ ਨੇ, ਇੱਥੇ ਤਾਂ ਰੋਜ਼ ਦਰਸ਼ਨ ਕਰੀਦੇ ਸੀਗੇ, ਹੁਣ ਉੱਥੇ ਦੂਰ ਜਾਣਾ ਪਿਆ ਕਰੇਗਾ ਦਰਸ਼ਨ ਕਰਨ ਵਾਸਤੇ। ਹਾਥ ਜੋੜ ਪ੍ਰਧਾਨ ਬਖਾਨੇ। ਤਾਂ ਰਾਜੇ ਦੇ ਮੰਤਰੀ ਨੇ ਹੱਥ ਜੋੜ ਕੇ ਆਖਿਆ ਸਦਾ ਪ੍ਰਸੰਨ ਪਰ ਹੈ ਸੇ ਜਾਣੇ। ਹੇ ਰਾਜਾ ਜੀ ਮੈਨੂੰ ਤਾਂ ਉਹ ਖੁਸ਼ੀ ਨਜ਼ਰ ਆਉਂਦੇ ਸੀ, ਮੈਨੂੰ ਤਾਂ ਨਾਰਾਜ਼ ਨਜ਼ਰ ਨਹੀਂ ਆਏ। ਉਹ ਨਾਰਾਜ਼ ਹੁੰਦੇ ਹੀ ਨਹੀਂ,
ਉਹ ਤਾਂ ਸਭ ਦੇ ਉੱਤੇ ਮਿਹਰ ਕਰਦੇ ਨੇ, ਸਾਰੀ ਦੁਨੀਆ ਦਾ ਭਲਾ ਮੰਗਦੇ ਨੇ। ਨਹਿਰ ਕੀ ਕੁਛ ਬਾਤ ਸੁਣਾਈ, ਮੈਂ ਤਾਂ ਉਹਨਾਂ ਦੇ ਚਿਹਰੇ ਤੇ ਗੁੱਸੇ ਦਾ ਕੋਈ ਚਿੰਨ੍ਹ ਨਹੀਂ ਵੇਖਿਆ। ਮੈਂ ਤੈਨ ਸੰਗ ਰਹਿਓ ਅਗਵਾਈ, ਜਦੋਂ ਘਰੋਂ ਇੱਥੋਂ ਨਿਕਲੇ ਸੀ ਮੈਂ ਨਾਲ ਹੀ ਤੁਰ ਪਿਆ ਸੀ, ਉਹਨਾਂ ਦੇ ਨਾਲ ਹੀ ਗਿਆ ਸੀ। ਪ੍ਰਥਮ ਗਏ ਦੇਵੀ ਕੇ ਮੰਦਰ, ਪਹਿਲਾਂ ਜੋਗ ਮਾਇਆ ਦੇ ਸਥਾਨ ਤੇ ਗਏ ਸਨ, ਕੇਤਕ ਕਾਲ ਰਹੇ ਥਿਤ ਅੰਦਰ। ਔਰ ਕੁਝ ਸਮਾਂ ਉੱਥੇ ਬਹਿ ਕੇ ਜੋਗ ਮਾਇਆ ਦੇ ਧਿਆਨ ਵਿੱਚ ਕੋਈ ਬਚਨ ਕਰਦੇ ਰਹੇ। ਇਹ ਸਾਧ ਸੰਗਤ ਜੀ ਦੋ ਤਰ੍ਹਾਂ ਦੀ ਮਾਇਆ ਹੈ। ਇੱਕ ਭੋਗ ਮਾਇਆ ਹੈ ਜਿਹੜੀ ਸੰਸਾਰੀਆਂ ਨੂੰ ਦਿਸਦੀ ਹੈ, ਇੱਕ ਜੋਗ ਮਾਇਆ ਹੈ ਜਿਹੜੀ ਗੁਪਤ ਹੈ। ਉਹ ਜਿਹੜੀਆਂ ਗੁਪਤ ਖੇਡਾਂ ਅਕਾਲ ਪੁਰਖ ਦੀਆਂ ਹੁੰਦੀਆਂ ਉਹਨੂੰ ਜੋਗ ਮਾਇਆ ਕਹਿੰਦੇ। ਅੱਜ ਕੱਲ੍ਹ ਲੋਕੀ ਦੇਵੀ ਦੇ ਨਾਂ ਤੋਂ ਹੀ ਕਈ ਬਹੁਤ ਜ਼ਿਆਦਾ ਹੋਰ ਤਰ੍ਹਾਂ ਸੋਚਣ ਲੱਗ ਜਾਂਦੇ ਆ। ਭਗਉਤੀ ਪਦ ਜਿਹੜਾ ਮਹਾਰਾਜ ਨੇ ਲਿਖਿਆ, ਪ੍ਰਥਮ ਭਗਉਤੀ ਸਿਮਰ ਕੈ, ਜੋਗ ਮਾਇਆ ਦਾ ਹੀ ਹੈ। ਜਿਹੜੀ ਪਰਮੇਸ਼ਰ ਦੀ ਗੁਪਤ ਖੇਡ ਵਰਤਦੀ ਹੈ ਨਾ ਸ਼ਕਤੀ, ਉਹਨੂੰ ਜੋਗ ਮਾਇਆ ਕਹਿੰਦੇ ਆ। ਅਤੇ ਉਹਦੇ ਵਿੱਚ ਸਾਰੀਆਂ ਗੁਪਤ ਗੱਲਾਂ ਹੁੰਦੀਆਂ। ਹੁਣ ਸਤਿਗੁਰੂ ਜੀ ਨੇ ਜੋਗ ਮਾਇਆ ਦੀ ਡਿਊਟੀ ਲਾਈ ਸੀ ਵੀ ਸਾਡੇ ਸਰੀਰ ਦੇ ਉੱਤੇ ਕਸ਼ਟ ਆਉਣਾ, ਹੁਣ ਤੂੰ ਕਰ ਲੈ ਆਪਣਾ ਕੰਮ ਜਿਹੜਾ ਕਰਨਾ। ਉਹ ਜਿਹਨੂੰ ਸੀਤਲਾ ਕਹਿੰਦੇ ਆ, ਚੇਚਕ ਕਹਿੰਦੇ ਆ ਨਾ, ਉਹ ਵੀ ਅਕਾਲ ਪੁਰਖ ਦੀ ਇੱਕ ਸ਼ਕਤੀ। ਜਿੰਨੇ ਵੀ ਸੰਸਾਰ 'ਚ ਰੋਗ ਹਨ, ਬਿਮਾਰੀਆਂ ਹਨ, ਦੁੱਖ ਹਨ, ਸੁੱਖ ਹਨ, ਸਭ ਅਕਾਲ ਪੁਰਖ ਦੇ ਹੁਕਮ 'ਚ ਹੁੰਦੇ ਹਨ। ਜਰਾ ਮਰਾ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਮਹਾਰਾਜ ਦੀ ਮਰਜ਼ੀ ਤੋਂ ਬਿਨਾਂ ਨਹੀਂ ਕੁਛ ਹੁੰਦਾ, ਪੱਤਾ ਨਹੀਂ ਹਿੱਲਦਾ। ਅਤੇ ਮਹਾਰਾਜ ਉਹ ਖੇਡ ਵਰਤਾ ਰਹੇ ਸਨ। ਇਸ ਕਰਕੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੀਤਲਾ ਨੂੰ ਕਹਿਤਾ ਵੀ ਹੁਣ ਤੂੰ ਸਾਡੇ ਸਰੀਰ ਤੇ ਜਿਹੜਾ ਕਸ਼ਟ ਦੇਣਾ ਉਹ ਦੇ ਲੈ। ਨਿਕਸੇ ਤੁਮਰੀ ਬਿਨੈ ਸੁਨਾਈ, ਔਰ ਜਦੋਂ ਮਹਾਰਾਜ ਬਾਹਰ ਆਏ ਤਾਂ ਮੈਂ ਰਾਜਾ ਜੀ ਤੁਹਾਡੇ ਵੱਲੋਂ ਬੇਨਤੀ ਕੀਤੀ। ਸੇਵਕ ਸੰਗ ਹੁਤੇ ਸਮੁਦਾਈ, ਉਸ ਵੇਲੇ ਸਾਰੇ ਸੇਵਕ ਨਾਲ ਸਨ। ਤੁਮਰੀ ਤੋਪਨ ਕੇ ਅਸਥਾਨ, ਹੇ ਰਾਜਾ ਜੀ, ਜਿੱਥੇ ਤੁਹਾਡਾ ਤੋਪਖਾਨਾ ਹੈ ਨਾ ਜਮਨਾ ਦੇ ਕੰਢੇ ਤੇ, ਇਕ ਜਮਨਾ ਜਲ ਹਰਖ ਮਹਾਨ। ਉੱਥੇ ਜਮਨਾ ਦੇ ਕੰਢੇ ਪਹੁੰਚ ਗਏ। ਤੋਪਖਾਨੇ ਦੇ ਲਾਗੇ ਖੁੱਲੀ ਥਾਂ ਵੇਖ ਕੇ ਖੁਸ਼ ਹੋਏ। ਮੁਝ ਸੋ ਕਹਿਓ ਪੀਰ ਬਹੁ ਅੰਤਰ, ਮੈਨੂੰ ਕਹਿਣ ਲੱਗੇ ਵੀ ਮੰਤਰੀ ਜੀ ਅਸੀਂ ਇੱਥੇ ਰਵਾਂਗੇ। ਅੰਦਰ ਬੰਗਲੇ ਸਾਹਿਬ ਬੜੀ ਭੀੜ ਹੈ, ਉੱਥੇ ਬੰਗਲੇ ਸਾਹਿਬ ਸਾਰਾ ਸ਼ਹਿਰ ਆ ਜਾਂਦਾ ਹੈ। ਇੰਨੀ ਭੀੜ ਦੇ ਵਿੱਚ ਸਾਡਾ ਮਨ ਇਕਾਂਤ ਨਹੀਂ ਹੁੰਦਾ। ਅਸੀਂ ਇਕੱਲੇ ਰਹਿਣਾ ਚਾਹੁੰਦੇ ਹਾਂ, ਜਿੱਥੇ ਥੋੜ੍ਹੀ ਸੰਗਤ ਹੋਵੇ, ਭਜਨ ਕੀਰਤਨ ਜ਼ਿਆਦਾ ਹੋਵੇ। ਰੌਲੇ ਰੱਪੇ 'ਚ ਅਸੀਂ ਨਹੀਂ ਰਹਿਣਾ ਚਾਹੁੰਦੇ। ਇਸ ਕਰਕੇ ਉੱਥੇ ਤੋਪਖਾਨੇ ਦੇ ਲਾਗੇ ਤੰਬੂ ਲਵਾ ਲਏ ਨੇ। ਅਤੇ ਰਾਜਾ ਜੀ ਕਹਿੰਦੇ ਨੇ ਵੀ ਅਸੀਂ ਹੁਣ ਇੱਥੇ ਹੀ ਪੱਕੇ ਹੀ ਇੱਥੇ ਰਹਿਣਾ ਹੈ। ਇਸ ਗੱਲ ਦਾ ਤਾਂ ਸਾਧ ਸੰਗਤ ਜੀ ਅਜੇ ਰਾਜੇ ਨੂੰ ਵੀ ਨਹੀਂ ਪਤਾ ਅਤੇ ਨਾ ਹੀ ਮੰਤਰੀ ਨੂੰ ਪਤਾ ਹੈ, ਪਰ ਪੱਕੇ ਰਹਿਣ ਦਾ ਜਿਹੜਾ ਬਚਨ ਕਰਤਾ ਹੁਣ ਉਹ ਸਦਾ ਵਾਸਤੇ ਉੱਥੇ ਹੀ ਡੇਰਾ ਲੱਗਣਾ ਸੀਗਾ। ਉੱਥੇ ਹੀ ਜੋਤੀ ਜੋ ਸਮਾਣਾ ਸੀ, ਉੱਥੇ ਹੀ ਅੰਗੀਠਾ ਬਣਨਾ ਸੀ। ਇਸ ਕਰਕੇ ਕਹਿੰਦੇ ਸਾਡਾ ਪੱਕਾ ਟਿਕਾਣਾ ਮਿਲ ਗਿਆ ਸਾਨੂੰ। ਹਾਂਜੀ, ਆਏ ਜਾਏ ਨਰ ਅਨਕ ਨਿਰੰਤਰ, ਕਹਿੰਦੇ ਮਹਾਰਾਜ ਕਹਿੰਦੇ ਸੀ ਵੀ ਬੰਗਲੇ ਸਾਹਿਬ ਬਹੁਤ ਭੀੜ ਆਵਾਜਾਈ ਰਹਿੰਦੀ ਹੈ ਲੋਕਾਂ ਦੀ। ਇਹਾ ਰਹਿਨ ਮਹਿ ਹਰਖ ਹਮਾਰੇ, ਅਸੀਂ ਇੱਥੇ ਖੁਸ਼ ਹਾਂ। ਬਾਹਰ ਜਿੱਥੇ ਘੱਟ ਸੰਗਤ ਹੋਏਗੀ, ਘੱਟ ਭੀੜ ਹੋਵੇਗੀ, ਅਤੇ ਅਸੀਂ ਆਪਣਾ ਭਜਨ ਕੀਰਤਨ ਕਰਾਂਗੇ, ਨਾਮ ਜਪਾਂਗੇ, ਸਦਾ ਹੀ ਇੱਥੇ ਰਵਾਂਗੇ ਹੁਣ। ਮਹਿ ਪਾਲਕ ਸੋ ਦੇਹ ਉਚਾਰੇ, ਅਤੇ ਰਾਜੇ ਜੈ ਸਿੰਘ ਨੂੰ ਕਹਿ ਦੇਵੀਂ ਵੀ ਹੁਣ ਸਾਨੂੰ ਹੋਰ ਕਿਤੇ ਆਉਣ ਜਾਣ ਵਾਸਤੇ ਨਾ ਆਖੇ, ਅਸੀਂ ਹੁਣ ਜਿੱਥੇ ਆਉਣਾ ਸੀ ਆ ਗਏ ਹਾਂ। ਨਹੀਂ ਅੰਦੇਸ਼ਾ ਕੀ ਜਹ ਕੈਸੇ, ਅਤੇ ਮਨ ਵਿੱਚ ਕੋਈ ਸ਼ੰਕਾ ਵੀ ਨਹੀਂ ਕਰਨ ਦੀ ਲੋੜ ਵੀ ਅਸੀਂ ਕੋਈ ਨਾਰਾਜ਼ ਹਾਂ ਜਾਂ ਕੋਈ ਹੋਰ ਗੱਲ ਹੈ। ਨਹੀਂ, ਜਿਹੜੀਆਂ ਗੱਲਾਂ ਗੁਪਤ ਨੇ ਉਹ ਸਮਾਂ ਆ ਕੇ ਆਪੇ ਪਤਾ ਲੱਗ ਜਾਣਗੀਆਂ। ਜੈਸੇ ਤਹਾਂ ਇਹਾ ਹਮ ਤੈਸੇ, ਸਾਡੇ ਵਾਸਤੇ ਜੰਗਲ ਤੇ ਘਰ ਇੱਕੋ ਜਿਹਾ ਹੀ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਾਨੀ ਮਾਏ ਉਦਾਸਾ। ਜੇ ਘਰ ਬਨ ਸਮਸਰ ਕੀਆ ਤੇ ਪੂਰੇ ਸੰਸਾਰ। ਮਹਾਂਪੁਰਸ਼ਾਂ ਵਾਸਤੇ ਮਹਿਲ ਅਤੇ ਜੰਗਲ ਇੱਕੋ ਜਿਹੇ ਹੁੰਦੇ ਨੇ। ਮਹਾਰਾਜ ਕਹਿੰਦੇ ਸਾਨੂੰ ਤੇ ਆਹ ਜੰਗਲ ਵੀ ਮੰਗਲ ਹੈ, ਅਸੀਂ ਇੱਥੇ ਜਮਨਾ ਦੇ ਕੰਢੇ ਤੇ ਤੰਬੂਆਂ ਵਿੱਚ ਰਹਿ ਕੇ ਖੁਸ਼ ਹਾਂ। ਸੁਨਹੁ ਪਰੰਤੂ ਲਖਿਓ ਨਹਿ ਜਾਈ, ਤੇ ਮੰਤਰੀ ਕਹਿੰਦਾ ਰਾਜਾ ਜੀ, ਪਰ ਇਸ ਗੱਲ ਦਾ ਜੇ ਪੂਰਾ ਭੇਤ ਨਹੀਂ ਹੈ ਵੀ ਉਹ ਕਿਉਂ ਉੱਥੇ ਚਲੇ ਗਏ ਨੇ। ਜਿਨਹੁ ਸਬਨ ਕੋ ਰਜਹ ਨਸਾਈ, ਜਿਹੜੇ ਸਤਿਗੁਰੂ ਸਾਰੀ ਦੁਨੀਆ ਦੇ ਦੁੱਖ ਦੂਰ ਕਰਦੇ ਸੀ, ਜਿਨ੍ਹਾਂ ਦੇ ਕੋਲ ਆ ਕੇ ਹਜ਼ਾਰਾਂ ਬਿਮਾਰ ਰੋਜ਼ ਠੀਕ ਹੁੰਦੇ ਸੀ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਦਿੱਲੀ 'ਚ ਮਹਾਂਮਾਰੀ ਫੈਲੀ ਹੋਈ ਸੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਉਹ ਸਾਰੀ ਦੂਰ ਕਰ ਦਿੱਤੀ ਹੈ। ਤਨ ਮਹਿ ਜੁਰ ਤਿਨ ਕੇ ਹੋਏ ਆਵਾ, ਪਰ ਉਹਨਾਂ ਦੇ ਆਪਣੇ ਸਰੀਰ 'ਤੇ ਹੁਣ ਕੱਲ੍ਹ ਦਾ ਬੁਖਾਰ ਚੜ੍ਹਿਆ ਹੋਇਆ। ਇੱਥੋਂ ਜਿਉਂ ਚੱਲੇ ਨੇ ਉਦੋਂ ਵੀ ਬੁਖਾਰ ਸੀਗਾ, ਅਤੇ ਉੱਥੇ ਪਹੁੰਚੇ ਨੇ
ਉਦੋਂ ਵੀ ਬੁਖਾਰ ਬਹੁਤ ਚੜਿਆ ਹੋਇਆ ਸੀ ਅਸ਼ਟਜਾਮ ਇੱਕ ਸਮ ਦਰਸਾਵਾ। ਤੇ ਲਗਾਤਾਰ 8 ਪਹਿਰ ਹੋ ਗਏ, ਬੁਖਾਰ ਘਟਿਆ ਵਧਿਆ ਨਹੀਂ, ਪੂਰਾ ਜਿਵੇਂ 100 ਤੋਂ ਉੱਪਰ ਕਹਿ ਦਿੰਦੇ ਅੱਜ ਕੱਲ੍ਹ ਆਪਾਂ ਗਿਣਤੀ ਕਰ ਦਿੰਦੇ ਹਾਂ, 102 ਹੋ ਗਿਆ, 104 ਹੋ ਗਿਆ। ਬਹੁਤ ਜ਼ਿਆਦਾ ਬੁਖਾਰ ਤਾਪ ਜਿਹੜਾ ਹੈ ਉਹ ਸਤਿਗੁਰੂ ਜੀ ਨੂੰ ਚੜਿਆ ਹੋਇਆ ਹੈ ਤੇ 8 ਪਹਿਰ ਹੋ ਗਏ ਨੇ, ਬਿਲਕੁਲ ਬੁਖਾਰ 'ਚ ਕੋਈ ਤਰ੍ਹਾਂ ਦਾ ਘਾਟਾ ਨਹੀਂ ਆਇਆ, ਲਗਾਤਾਰ ਤਕਲੀਫ ਦੇ ਵਿੱਚ ਹਨ ਸਰੀਰ ਉਹਨਾਂ ਦਾ। ਸੁਨ ਸਤਿਗੁਰ ਕੋ ਸਰਬ ਬਿਰਤਾਂਤ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਜਦੋਂ ਬੁਖਾਰ ਚੜੇ ਦੀ ਗੱਲ ਰਾਜੇ ਨੇ ਸੁਣੀ, ਰਾਜੇ ਕਰੀ ਬਿਤਾਵਨ ਰਾਤ। ਹੁਣ ਰਾਤ ਤਾਂ ਰਹਿਣਾ ਹੀ ਪੈਣਾ ਸੀ, ਉਹ ਰਾਜਾ ਆਪਣੇ ਘਰ ਰਿਹਾ ਹੈ, ਦੂਸਰੀ ਰਾਤ ਬੰਗਲੇ ਵਿੱਚ। ਪਹੀ ਪ੍ਰਾਤ ਤੇ ਸੋਚ ਇਸ਼ਨਾਨ। ਅਗਲਾ ਦਿਨ ਚੜਿਆ, ਸੋਚ ਇਸ਼ਨਾਨ ਕੀਤਾ ਰਾਜੇ ਨੇ। ਸ਼੍ਰੀ ਹਰਿ ਕ੍ਰਿਸ਼ਨ ਸਮੀਪ ਪਿਆਨਾ। ਉਸੇ ਵੇਲੇ ਸਵਾਰ ਹੋ ਕੇ ਰਾਜਾ ਜੈ ਸਿੰਘ ਬੰਗਲਾ ਸਾਹਿਬ ਤੋਂ ਬਾਲਾ ਸਾਹਿਬ ਵੱਲ ਤੁਰ ਪਿਆ। ਬਾਲਾ ਸਾਹਿਬ ਤੋਂ ਬੰਗਲਾ ਸਾਹਿਬ ਕਾਫੀ ਦੂਰ ਹੈ, ਉਹ ਜਮਨਾ ਦੇ ਕੰਢੇ ਤੇ ਹੈ। ਸੋ ਬੰਗਲਾ ਸਾਹਿਬ ਤੋਂ ਤੁਰ ਕੇ ਰਾਜਾ ਆਪਣੇ ਘਰ ਤੋਂ ਸਿੱਧਾ ਬਾਲਾ ਸਾਹਿਬ ਤੋਪਖਾਨੇ ਕੋਲ ਪਹੁੰਚਿਆ ਹੈ। ਬ੍ਰਿੰਦ ਨਰਨ ਕੀ ਪੀਰ ਕਨੇਰੀ। ਅੱਗੇ ਵੀ ਮਹਾਰਾਜ ਦੀ ਛਾਉਣੀ ਪਈ ਹੋਈ ਸੀ, ਸੈਂਕੜੇ ਸਿੱਖ, ਕੋਈ ਲੰਗਰ ਪਕਾ ਰਿਹਾ ਸੀ, ਕੋਈ ਘੋੜਿਆਂ ਦੀ ਸੇਵਾ ਕਰ ਰਿਹਾ ਸੀ, ਕੋਈ ਕੀਰਤਨ ਕਰ ਰਿਹਾ ਸੀ ਤੇ ਕੋਈ ਆਪਣੇ ਲੰਗਰ ਦੇ ਵਿੱਚ ਭਾਂਡੇ ਮਾਂਜ ਰਿਹਾ ਸੀ। ਬੜੀ ਭਾਰੀ ਰੌਣਕ ਸੀ, ਪਰ ਰਾਜਾ ਜੈ ਸਿੰਘ ਵੇਖ ਕੇ ਹੈਰਾਨ ਹੋਇਆ। ਸਪਟਨ ਪੰਕਤ ਚਲ ਹੈ ਅਗੇਰੀ। ਰਾਜੇ ਦੀ ਫੌਜ ਵੀ ਨਾਲ ਗਈ ਕੁਛ। ਗੁਰ ਕੋ ਸਿਵਰ ਜਬ ਹੈ ਦਸ਼ਟਾਏ। ਜਦੋਂ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਏ ਡੇਰੇ ਦੇ, ਵਾਹਨ ਤਿਆਗ ਚਰਨ ਤੇ ਆਏ। ਰਾਜਾ ਘੋੜੇ ਤੋਂ ਥੱਲੇ ਉਤਰਿਆ, ਕਿਉਂਕਿ ਮਰਿਆਦਾ ਹੈ ਗੁਰੂ ਕੇ ਸਿੱਖਾਂ ਦੀ ਵੀ ਜਿੱਥੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਜਾਣ ਉੱਥੋਂ ਫਿਰ ਪੈਦਲ ਹੋ ਜਾਂਦੇ ਹੁੰਦੇ ਸੀ ਪੁਰਾਤਨ ਸਮੇਂ 'ਚ, ਵੀ ਗੁਰੂ ਸਾਹਿਬ ਦਾ ਦਰਬਾਰ ਆ ਗਿਆ, ਹੁਣ ਨਹੀਂ ਘੋੜੇ ਤੇ ਚੜ੍ਹਨਾ। ਪੈਦਲ ਰਾਜਾ ਜੈ ਸਿੰਘ ਤੁਰਿਆ ਹੈ ਪ੍ਰਥਮ ਖਬਰ ਆਪਣੀ ਪਹੁੰਚਾਈ। ਔਰ ਜਾ ਕੇ ਮਹਾਰਾਜ ਸਾਹਿਬ ਜੀ ਨੂੰ ਖਬਰ ਪਹੁੰਚਾਈ ਹੈ ਵੀ ਮੈਂ ਆ ਗਿਆ ਹਾਂ। ਫਰਸ਼ਾਦਿਕ ਤਿਆਰੀ ਕਰਵਾਈ। ਸਤਿਗੁਰੂ ਜੀ ਨੇ ਵੀ ਸੰਗਤ ਨੂੰ ਹੁਕਮ ਦੇਤਾ ਵੀ ਰਾਜਾ ਆ ਰਿਹਾ ਹੈ ਤੇ ਗਲੀਚੇ ਕਾਲੀਨ ਫਰਸ਼ ਵਿਛਾ ਦਿਓ। ਹਾਥ ਜੋੜ ਕਰ ਪੌਰ ਅਗਾਰੀ। ਤੇ ਜਦੋਂ ਦਰਬਾਰ ਸਜ ਗਿਆ, ਉਧਰ ਸਤਿਗੁਰਾਂ ਦਾ ਇੰਨੇ ਨੂੰ ਰਾਜਾ ਪਹੁੰਚ ਗਿਆ, ਹੱਥ ਜੋੜ ਕੇ ਦਰਵਾਜ਼ੇ 'ਚ ਖੜ ਗਿਆ ਰਾਜਾ। ਨਿਮਰ ਹੋਏ ਅਵੇ ਬੰਧਨ ਧਾਰੀ। ਨਮਸਕਾਰ ਕੀਤੀ ਡਿਉਢੀ ਤੋਂ ਅੰਤਰ ਤਪ ਪ੍ਰਵੇਸ਼ ਹੋਏ ਗਇਓ। ਔਰ ਫਿਰ ਅੰਦਰ ਵੜਿਆ ਹੈ ਰਾਜਾ ਜੈ ਸਿੰਘ। ਗੁਰ ਪਰ ਅੰਕ ਪਰ ਹੇਰਤ ਭਇਓ। ਤੇ ਮਹਾਰਾਜ ਨੂੰ ਪਲੰਘ ਤੇ ਬੈਠਿਆਂ ਵੇਖਿਆ ਹੈ। ਵਸਤਰ ਅਸ਼ਾਦਤ ਤਨ ਪਰ ਸਾਰੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪਲੰਘ ਤੇ ਪਏ ਹਨ, ਲੇਟੇ ਹੋਏ ਹਨ ਤੇ ਸਾਰੇ ਸਰੀਰ ਤੇ ਕੱਪੜਾ ਲਿਆ ਹੋਇਆ ਹੈ। ਨਿਰਪ ਪਹੁੰਚੇ ਤੇ ਬਦਨ ਉਗਾਰੇ। ਜਦੋਂ ਰਾਜਾ ਆਇਆ ਤੇ ਮਹਾਰਾਜ ਨੇ ਆਪਣੇ ਚਿਹਰੇ ਤੋਂ ਚਾਦਰ ਲਾਈ ਹੈ। ਨਮਰ ਹੋਏ ਕਰ ਨਮੋ ਅਗਾਰੀ। ਰਾਜੇ ਨੇ ਚਰਨਾਂ 'ਚ ਮੱਥਾ ਟੇਕਿਆ ਸਤਿਗੁਰੂ ਜੀ ਦੇ। ਬੈਠਿਓ ਰਾਵ ਨਰਨ ਹਟਕਾਰੀ। ਆਪਣੇ ਬੰਦਿਆਂ ਨੂੰ ਪਿੱਛੇ ਹਟਾ ਕੇ ਤੇ ਰਾਜਾ ਜੈ ਸਿੰਘ ਗੁਰੂ ਸਾਹਿਬ ਦੇ ਪਲੰਘ ਦੇ ਲਾਗੇ ਥੱਲੇ ਬੈਠ ਗਿਆ ਭੁੰਜੇ ਜ਼ਮੀਨ ਤੇ। ਔਰ ਪੌਰ ਪਰ ਰੋਕੇ ਰਹੇ। ਬਾਕੀ ਸਾਰੇ ਉਹਦੇ ਜਿੰਨੇ ਬੰਦੇ ਸੀਗੇ, ਅਫਸਰ ਸੀਗੇ, ਵਜ਼ੀਰ ਮੰਤਰੀ, ਉਹ ਦਰਵਾਜ਼ੇ ਤੇ ਖੜੇ ਰਹੇ, ਅੰਦਰ ਨਹੀਂ ਗਏ। ਦਰਸ਼ਨ ਦੇਖਤ ਨਿਰਪ ਬਚ ਕਹੇ। ਰਾਜੇ ਨੇ ਇਕੱਲੇ ਮਹਾਰਾਜ ਦੇ ਦਰਸ਼ਨ ਕੀਤੇ ਬੜੇ ਪ੍ਰੇਮ ਨਾਲ ਤੇ ਕਹਿਣ ਲੱਗਾ, ਸ਼੍ਰੀ ਸਤਿਗੁਰ ਜੀ ਕੈਸੇ ਪਰੇ। ਇਹ ਸੱਚੇ ਪਾਤਸ਼ਾਹ ਜੀ, ਹੈ ਸਤਿਗੁਰੂ ਜੀ, ਆਪ ਜੀ ਕਿਸ ਤਰ੍ਹਾਂ ਲੇਟੇ ਹੋਏ ਹੋ? ਸਭਾ ਲਗਾਏ ਨਾ ਬੈਠਨ ਕਰੇ। ਅੱਜ ਦੀਵਾਨ ਲਾ ਕੇ ਸੰਗਤਾਂ ਨੂੰ ਦਰਸ਼ਨ ਨਹੀਂ ਦੇ ਰਹੇ? ਜਿਵੇਂ ਅੱਗੇ ਆਪ ਜੀ ਦੀਵਾਨ ਲਾ ਕੇ ਬੈਠਦੇ ਹੋ, ਸੰਗਤਾਂ ਮੱਥਾ ਟੇਕਦੀਆਂ ਨੇ ਔਰ ਆਪ ਜੀ ਗੁਰਬਾਣੀ ਦਾ ਕੀਰਤਨ ਸੰਗਤਾਂ ਨੂੰ ਸੁਣਾਉਂਦੇ ਹੋ, ਕਥਾ ਕਰਦੇ ਹੋ, ਉਪਦੇਸ਼ ਦਿੰਦੇ ਹੋ, ਮਹਾਰਾਜ ਦਰਸ਼ਨ ਦਿੰਦੇ ਹੋ, ਅੱਜ ਨਹੀਂ ਦੇ ਰਹੇ। ਇੱਕ ਦੋਇ ਨਿਕਟ ਦਾਸ ਜੇ ਅਹੇ। ਜਿਹੜੇ ਕੋਲ 2-4 ਸੇਵਾਦਾਰ ਸਨ। ਪ੍ਰਭੂ ਤੁਸ਼ਨ ਤੇ ਤਿਨ ਪੁਨ ਕਹੇ। ਮਹਾਰਾਜ ਨਹੀਂ ਬੋਲੇ। ਰਾਜਾ ਜੈ ਸਿੰਘ ਨੇ ਪੁੱਛਿਆ, ਮਹਾਰਾਜ ਕੀ ਗੱਲ ਹੈ, ਆਪ ਜੀ ਦੀ ਸਿਹਤ ਕਿੱਦਾਂ ਹੈ? ਤੇ ਰਾਜਾ ਜੈ ਸਿੰਘ ਦੀ ਇਹ ਗੱਲ ਸੁਣ ਕੇ ਭਾਈ ਗੁਰਬਖਸ਼ ਮਸੰਦ ਬੋਲਿਆ, ਪ੍ਰਥਮ ਤਾਪ ਤਨ ਮਹਿ ਅਧਿਕਾਈ। ਕਿ ਰਾਜਾ ਜੀ, ਕੱਲ ਮਹਾਰਾਜ ਨੂੰ ਬਹੁਤ ਬੁਖਾਰ ਚੜਿਆ ਸੀ ਆਜ ਸੀਤਲਾ ਦਈ ਦਿਖਾਈ। ਤੇ ਅੱਜ ਮਹਾਰਾਜ ਨੂੰ ਸੀਤਲਾ ਮਾਤਾ ਦੇ ਸਰੀਰ ਤੇ ਨਿਸ਼ਾਨ ਦਿਸਣ ਲੱਗ ਪਏ ਹਨ। ਲੱਗਦਾ ਹੈ ਮਹਾਰਾਜ ਨੂੰ ਵੱਡੀ ਮਾਤਾ ਨਿਕਲ ਆਈ ਹੈ।
ਥੋੜਾ ਬੋਲਤ ਹੈ ਮੁਖ ਆਪ। ਇਸ ਕਰਕੇ ਮਹਾਰਾਜ ਥੋੜਾ ਬੋਲਦੇ ਹਨ, ਥੋੜਾ ਥੋੜਾ ਬਚਨ ਕਰਦੇ ਹਨ, ਕੋਈ ਗੱਲ ਕਹਿੰਦੇ ਆ, ਬਹੁਤਾ ਬੋਲ ਨਹੀਂ ਸਕਦੇ। ਚੜਿਓ ਅਧਿਕ ਅਬ ਪੀ ਤਨ ਤਾਪ। ਇਸ ਵੇਲੇ ਵੀ ਬੁਖਾਰ ਬਹੁਤ ਚੜਿਆ ਹੋਇਆ ਹੈ, ਇਸ ਕਰਕੇ ਵਿਰਾਜੇ ਹੋਏ ਹਨ। ਹਾਥ ਬੰਦ ਮਹਪਾਲ ਬਖਾਨੇ। ਰਾਜੇ ਨੇ ਜੈ ਸਿੰਘ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਕੈ ਸੀਕ੍ਰਿਤ ਥਾਨੇ। ਹੇ ਮਹਾਰਾਜ, ਇਹ ਕੀ ਲੀਲਾ ਕਰ ਰਹੇ ਹੋ ਆਪ ਜੀ? ਇਹ ਆਪ ਜੀ ਦੀ ਲੀਲਾ ਦੀ ਸਾਨੂੰ ਕੋਈ ਸਮਝ ਨਹੀਂ ਆ ਰਹੀ। ਦਰਸ ਆਪ ਕੇ ਨਾ ਸਹ ਰੋਗ। ਆਪ ਜੀ ਦੇ ਦਰਸ਼ਨਾਂ ਨਾਲ ਹੀ ਬੁਖਾਰ ਮਿਟ ਜਾਂਦੇ ਨੇ, ਆਪ ਜੀ ਦੇ ਦਰਸ਼ਨਾਂ ਨਾਲ ਵੱਡੀਆਂ ਵੱਡੀਆਂ ਮਹਾਂਮਾਰੀਆਂ ਖਤਮ ਹੋ ਜਾਂਦੀਆਂ ਨੇ। ਭਏ ਨਗਰ ਕਨ ਲੋਗ ਅਰੋਗ। ਦਿੱਲੀ ਸ਼ਹਿਰ ਦੇ ਵਿੱਚ ਮਹਾਂਮਾਰੀ ਫੈਲੀ ਸੀ, ਤੁਸੀਂ ਆਪਣੇ ਦਰਸ਼ਨਾਂ ਨਾਲ ਸਾਰਾ ਸ਼ਹਿਰ ਰਾਜੀ ਕਰ ਦਿੱਤਾ ਹੈ। ਕਿਆ ਲੀਲਾ ਦੇ ਖਰਾਬ ਨ ਲਾਗੇ। ਤੇ ਇਹ ਆਪਣੇ ਸਰੀਰ ਦੇ ਉੱਤੇ ਹੁਣ ਇੰਨਾ ਕਸ਼ਟ ਲੈ ਲਿਆ, ਇਹ ਕੀ ਲੀਲਾ ਦਿਖਾਣ ਲੱਗੇ ਹੋ ਸੱਚੇ ਪਾਤਸ਼ਾਹ ਜੀ? ਤੁਮਰੇ ਨਾਮ ਲੇਤ ਦੁਖ ਭਾਗੇ। ਹੇ ਮਹਾਰਾਜ, ਤੁਹਾਡਾ ਤਾਂ ਨਾਂ ਲੈਣ ਦੇ ਨਾਲ ਹੀ ਦੁੱਖ ਭੱਜ ਜਾਂਦੇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਸਾਰੇ ਦੁੱਖ ਹੀ ਦੂਰ ਹੋ ਜਾਂਦੇ ਆ ਮਹਾਰਾਜ, ਆਪ ਜੀ ਦੇ ਨਾਮ ਵਿੱਚ ਇੰਨੀ ਸ਼ਕਤੀ ਹੈ। ਸਰਬ ਸ਼ਕਤ ਪੂਰਨ ਸਮਰੱਥ। ਆਪ ਸਰਬ ਸ਼ਕਤੀਆਂ ਦੇ ਮਾਲਕ, ਪੂਰਨ ਕਲਾ ਦੇ ਮਾਲਕ, ਸਮਰੱਥ ਸਤਿਗੁਰੂ ਹੋ। ਭੰਜਨ ਗੜਨ ਆਪ ਕੇ ਹੱਥ। ਭੰਨਣਾ ਘੜਨਾ ਸਭ ਆਪ ਦੇ ਹੱਥ ਵਿੱਚ ਹੈ। ਇਹ ਸ੍ਰਿਸ਼ਟੀ ਸਾਰੀ ਆਪ ਜੀ ਦੀ ਹੱਥ ਵਿੱਚ ਹੈ ਮਹਾਰਾਜ। ਆਪ ਜੀ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ। ਦਰਸ਼ਨ ਚਾਹ ਬ੍ਰਿੰਦ ਨਰ ਨਾਰੀ। ਹੇ ਮਹਾਰਾਜ ਜੀ, ਬੇਅੰਤ ਜੀਵ ਸ੍ਰਿਸ਼ਟੀ ਦੇ ਲੋਕ ਆਪ ਦੇ ਦਰਸ਼ਨ ਚਾਹੁੰਦੇ ਹਨ। ਆਪ ਦੇ ਦਰਸ਼ਨ ਕਰਕੇ ਉਹ ਤੰਦਰੁਸਤ ਹੋ ਜਾਂਦੇ ਹਨ। ਉਹਨਾਂ ਦੀਆਂ ਬਿਮਾਰੀਆਂ, ਉਹਨਾਂ ਦੇ ਤਨ ਦੇ ਰੋਗ, ਮਨ ਦੇ ਰੋਗ ਸਾਰੇ ਹੀ ਮਿਟ ਜਾਂਦੇ ਹਨ। ਹਜ਼ਰਤ ਬਿਨਤੀ ਕੀਨ ਅਗਾਰੀ। ਤੇ ਆਪ ਜੀ ਦੇ ਦਰਸ਼ਨਾਂ ਵਾਸਤੇ ਬਾਦਸ਼ਾਹ ਔਰੰਗਜ਼ੇਬ ਨੇ ਵੀ ਅੱਜ ਫਿਰ ਮੈਨੂੰ ਬੇਨਤੀ ਕਰਕੇ ਭੇਜਿਆ ਹੈ ਵੀ ਗੁਰੂ ਗਰੀਬ ਨਵਾਜ਼ ਜੀ ਨੂੰ ਬੇਨਤੀ ਕਰੋ ਕਿ ਇੱਕ ਵਾਰੀ ਮੈਨੂੰ ਦਰਸ਼ਨ ਦੇ ਦੇਣ। ਸਾਵਧਾਨ ਬਨ ਬੈਠੋ ਆਪ। ਆਪ ਜੀ ਮਹਾਰਾਜ ਛੇਤੀ ਠੀਕ ਹੋ ਜਾਓ ਤੇ ਇਦਾਂ ਸੰਗਤਾਂ ਨੂੰ ਦਰਸ਼ਨ ਦਿਓ। ਤੇ ਬਾਦਸ਼ਾਹ ਔਰੰਗਜ਼ੇਬ ਵੀ ਦਰਸ਼ਨ ਕਰਨੇ ਚਾਹੁੰਦਾ ਆਪ ਜੀ ਦੇ। ਹਰ ਹੋ ਸ਼ਕਤ ਤੇ ਤਾਪ ਸੰਤਾਪ। ਆਪਣੀ ਸ਼ਕਤੀ ਨਾਲ ਜਿੱਥੇ ਦੂਜਿਆਂ ਦੇ ਦੁੱਖ ਦੂਰ ਕਰ ਦਿੰਦੇ ਹੋ, ਆਪਣਾ ਵੀ ਤਾਪ ਚ ਖਤਮ ਕਰ ਲਓ। ਆਪ ਜੀ ਵਾਸਤੇ ਕਿਹੜੀ ਵੱਡੀ ਗੱਲ ਹੈ ਸਤਿਗੁਰੂ ਜੀ। ਸ਼੍ਰੀ ਨਾਨਕ ਪਰਮੇਸ਼ਵਰ ਰੂਪ। ਸ੍ਰੀ ਗੁਰੂ ਨਾਨਕ ਦੇਵ ਅਕਾਲ ਪੁਰਖ ਪਰਮੇਸ਼ਰ ਦਾ ਅਵਤਾਰ, ਜਿਨ ਕੇ ਗੁਣ ਗਨ ਅਧਿਕ ਅਨੂਪ। ਜਿਨ੍ਹਾਂ ਦੀ ਮਹਿਮਾ ਵਰਣਨ ਨਹੀਂ ਹੋ ਸਕਦੀ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸਭ ਬੰਸ ਪ੍ਰਧਾਨਾ। ਪਰਮੇਸ਼ਰ ਨੇ ਮਾਤ ਲੋਕ ਦੇ ਵਿੱਚ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਦਰਸ਼ਨ ਦਿੱਤੇ ਹਨ। ਤਿਸ ਗਾਦੀ ਕੇ ਮਾਲਕ ਆਪ। ਉਸ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਆਪ ਮਾਲਕ ਹੋ। ਉਹਨਾਂ ਦੀ ਜੋਤ ਤੁਹਾਡੇ ਵਿੱਚ ਹੈ। ਸਭ ਵਿਦ ਕੇ ਦਾਤਾ ਬਰਸਰਾਪ। ਆਪ ਜੀ ਜੋ ਵੀ ਮੂੰਹ ਤੋਂ ਵਰ ਦੇ ਦਿਓ, ਸਰਾਪ ਦੇ ਦਿਓ, ਉਹ ਅਟਲ ਹੁੰਦਾ ਹੈ। ਤੁਹਾਡੀ ਰਸਨਾ ਦੇ ਨਿਕਲੇ ਬੋਲ ਦੁਨੀਆ ਦੀ ਕੋਈ ਤਾਕਤ ਟਾਲ ਨਹੀਂ ਸਕਦੀ। ਪਰਮੇਸ਼ਰ ਦਾ ਰੂਪ ਆਪ ਬੈਠੇ ਹੋ ਮਹਾਰਾਜ ਜੀ। ਨਿਰਪਤਾ ਸੁਨ ਸ਼੍ਰੀ ਸਤਿਗੁਰ ਕਹਿਓ। ਰਾਜਾ ਜੈ ਸਿੰਘ ਦੀ ਇਹ ਭਾਵਨਾ ਵਾਲੀ ਬੇਨਤੀ ਸੁਣ ਕੇ ਸਤਿਗੁਰੂ 8ਵੇਂ ਪਾਤਸ਼ਾਹ ਜੀ ਕਹਿਣ ਲੱਗੇ, ਜਿਸ ਕਿਸ ਜਗਤ ਸਰੀਰ ਕੋ ਲਹਿਓ। ਦੇਖੋ ਰਾਜਾ ਜੈ ਸਿੰਘ, ਇਹ ਸੰਸਾਰ 'ਚ ਜਿਸ ਵੀ ਬੰਦੇ ਨੂੰ ਇਹ ਸਰੀਰ ਮਿਲਿਆ ਹੈ, ਸੁਖ ਦੁਖ ਸੰਗ ਸਦਾ ਹੀ ਰਹੈ। ਭਾਵੇਂ ਕੋਈ ਮਨੁੱਖ ਹੈ, ਭਾਵੇਂ ਪਸ਼ੂ ਹੈ, ਭਾਵੇਂ ਪੰਛੀ ਹੈ, ਜਿਹੜਾ ਵੀ ਇਸ ਸੰਸਾਰ ਦੇ ਵਿੱਚ ਆਇਆ ਨਾ ਦੇਹ ਧਾਰਨ ਕਰਕੇ, ਇਸ ਸਰੀਰ ਨੂੰ ਦੁੱਖ ਤੇ ਸੁੱਖ ਦੋਵੇਂ ਮਿਲੇ ਹੋਏ ਹਨ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਦਰਗਾਹੀ ਕੱਪੜੇ ਹਨ। ਕਦੀ ਬੰਦਾ ਸੁੱਖ ਦਾ ਚੋਲਾ ਪਾ ਲੈਂਦਾ ਤੇ ਕਦੀ ਦੁੱਖ ਦਾ ਪਾ ਲੈਂਦਾ। ਦੁੱਖ ਤੇ ਸੁੱਖ ਵਾਰੀ ਵਾਰੀ ਆਉਂਦੇ ਰਹਿੰਦੇ ਤੇ ਜਾਂਦੇ ਰਹਿੰਦੇ ਨੇ। ਐਸਾ ਕੋਈ ਸਮਾਂ ਨਹੀਂ ਹੁੰਦਾ ਵੀ ਬੰਦਾ ਇਹਨਾਂ 'ਚੋਂ ਬਾਹਰ ਨਿਕਲ ਗਿਆ ਹੋਵੇ। ਆਖੋ ਸ੍ਰੀ ਵਾਹਿਗੁਰੂ। ਜਾਂ ਤਾਂ ਬੰਦਾ ਸੁਖੀ ਹੋਵੇਗਾ ਜਾਂ ਫਿਰ ਦੁਖੀ ਹੋਵੇਗਾ। ਇਸ ਤੋਂ ਬਿਨਾਂ ਤੀਜੀ ਅਵਸਥਾ ਸੁੱਖ ਦੁੱਖ ਤੋਂ ਸਰੀਰ ਦੀ ਕੋਈ ਨਹੀਂ। ਸਰੀਰ ਸੁੱਖ ਦੁੱਖ ਵਾਲਾ ਹੀ ਹੈ। ਹਾਂਜੀ, ਵੇਦ ਪ੍ਰਾਨ ਸੰਤ ਸਭ ਕਹੈ। ਸਾਰੇ ਵੇਦਾਂ ਵਿੱਚ ਵੀ ਇਹ ਗੱਲ ਲਿਖੀ ਹੈ, ਪੁਰਾਣਾਂ ਵਿੱਚ ਵੀ, ਤੇ ਸੰਤ ਮਹਾਂਪੁਰਸ਼ ਵੀ ਇਹੀ ਕਹਿੰਦੇ ਹਨ। ਹੋਵਨ ਹਾਲ ਨਹ ਮਿਟਹਿ ਕਦਾਈ। ਰਾਜਾ ਜੈ ਸਿੰਘ, ਪਰਮੇਸ਼ਰ ਦਾ ਭਾਣਾ ਕਿਸੇ ਤੋਂ ਮਿਟਦਾ ਨਹੀਂ। ਹੋਣੀ ਕਦੀ ਕਿਸੇ ਤੋਂ ਟਾਲੀ ਨਹੀਂ ਜਾਂਦੀ। ਜਿਵੇਂ ਵਾਹਿਗੁਰੂ ਨੇ ਲਿਖਿਆ ਉਵੇਂ ਹੀ ਹੁੰਦਾ ਹੈ। ਜੋ ਸਭ ਕੇ ਸਿਰ ਬੀਤਤ ਆਈ। ਇਹ ਭਾਵੀ ਜਿਹੜੀ ਹੈ ਸਭ ਦੇ ਸਿਰ ਤੇ ਬੀਤਦੀ ਆਈ ਹੈ। ਮਾਈ ਹੋਣਹਾਰ ਸੋ ਹੋਈ ਹੈ। ਰਾਚ ਰਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ।
ਪਰਮੇਸ਼ਰ ਨੇ ਆਪਣੀ ਰਚਨਾ ਰਚੀ ਹੋਈ ਹੈ, ਹੋਣੀ ਹੋ ਕੇ ਰਹਿਣੀ ਹੈ। ਰਾਮਚੰਦਰ ਕੀ ਨਸ ਬਨਵਾਸਾ। ਵੱਡੇ ਅਵਤਾਰੀ ਪੁਰਸ਼ ਸ੍ਰੀ ਰਾਮਚੰਦਰ ਜੀ ਮਹਾਰਾਜ ਹੋਏ ਨੇ, ਉਹਨਾਂ ਤੇ ਵੀ ਭਾਣਾ ਵਰਤਿਆ ਕਿ ਉਹਨਾਂ ਨੂੰ 14 ਸਾਲ ਦਾ ਬਨਵਾਸ ਕੱਟਣਾ ਪਿਆ। ਕ੍ਰਿਸ਼ਨ ਚੰਦਰ ਕੋ ਬੰਸ ਬਿਨਾਸ਼ਾ। ਤੇ ਦੇਖੋ ਭਗਵਾਨ ਕ੍ਰਿਸ਼ਨ ਜੀ ਮਹਾਰਾਜ 16 ਕਲਾ ਅਵਤਾਰ ਲੀਲਾ ਪੁਰਸ਼ੋਤਮ ਹੋਏ ਹਨ। ਸ੍ਰੀ ਰਾਮਚੰਦਰ ਜੀ ਤਾਂ ਮਰਜ਼ਾਦਾ ਪੁਰਸ਼ੋਤਮ ਹੋਏ ਹਨ ਤੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਲੀਲਾ ਪੁਰਸ਼ੋਤਮ ਹੋਏ ਹਨ। ਤੇ ਦੋਵਾਂ ਮਹਾਂਪੁਰਸ਼ਾਂ ਉੱਤੇ ਕਿੱਡਾ ਕਸ਼ਟ ਆਇਆ। ਸ੍ਰੀ ਰਾਮਚੰਦਰ ਜੀ ਨੂੰ ਮਤਰੇਈ ਮਾਂ ਨੇ 14 ਸਾਲ ਦਾ ਬਨਵਾਸ ਦਵਾਤਾ ਸੀਗਾ ਤੇ ਜੰਗਲਾਂ ਵਿੱਚ ਰਹਿਣਾ ਪਿਆ। ਫਿਰ ਸੀਤਾ ਦਾ ਵਿਛੋੜਾ ਵੀ ਝੱਲਣਾ ਪਿਆ। ਫਿਰ ਸਮੁੰਦਰ ਪਾੜ ਕੇ ਪਾਰ ਜਾ ਕੇ ਰਾਵਣ ਨਾਲ ਯੁੱਧ ਕਰਨਾ ਪਿਆ। ਕੋਈ ਇੱਕ ਕਲੇਸ਼ ਹੈ, ਸਾਰੀ ਜ਼ਿੰਦਗੀ ਦੁੱਖਾਂ 'ਚ ਲੰਘ ਗਈ। ਫਿਰ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੇ ਯਾਦਵ ਕੁਲ ਦੇ 56 ਕਰੋੜ ਯਾਦਵ ਸ਼ਰਾਬ ਪੀ ਕੇ ਆਪਸ 'ਚ ਲੜ ਕੇ ਮਰ ਗਏ। ਉਹਨਾਂ ਦਾ ਬੰਸ ਹੀ ਖਤਮ ਹੋ ਗਿਆ। ਇਹ ਗੱਲ ਐਸੀ ਹੈ ਵਾਹਿਗੁਰੂ ਦੀ ਬਣਾਈ ਹੋਈ ਬਈ ਮਹਾਰਾਜ ਕਹਿੰਦੇ ਮਿਟ ਨਹੀਂ ਸਕਦੀ ਰਾਜਾ ਜੀ। ਚੰਦ ਕਲੰਕਤ ਸਾਗਰ ਖਾਰਾ। ਆ ਚੰਦਰਮਾ ਨੂੰ ਕਲੰਕ ਲੱਗਣਾ ਸੀਗਾ, ਲੱਗ ਗਿਆ। ਚੰਦਰਮਾ ਕਲੰਕੀ ਹੈ। ਸਮੁੰਦਰ ਖਾਰਾ ਹੈ। ਸਮੁੰਦਰ ਦੇ ਵੀ ਕਰਮ ਐਸੇ ਹਨ। ਬਾਣੀ ਚ ਆਉਂਦਾ ਹੈ ਨਾ, ਅੰਮ੍ਰਿਤ ਸਸੀ ਤੇਨ ਲక్ష్ਮੀ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਰ ਖਾਰ ਮਫੀਟ ਸਰੀ। ਕਹਿੰਦੇ ਸਮੁੰਦਰ ਆਪਣੇ ਕਰਮਾਂ ਕਰਕੇ ਖਾਰੇ ਦਾ ਖਾਰਾ ਹੀ ਹੈ। ਹਾਂਜੀ। ਰੁਦਰ ਹਲਾਹਲ ਕੋ ਗਲ ਧਾਰਾ। ਔਰ ਸ਼ਿਵ ਜੀ ਮਹਾਰਾਜ ਕਿੱਡੇ ਵੱਡੇ ਦੇਵਤੇ ਆ, ਮਹਾਦੇਵ ਕਹਿੰਦੇ ਉਹਨਾਂ ਨੂੰ। ਤਿੰਨਾਂ ਦੇਵਤਿਆਂ 'ਚੋਂ ਸਭ ਤੋਂ ਜ਼ਿਆਦਾ ਪਾਵਰ ਸ਼ਿਵ ਜੀ ਦੀ ਮੰਨੀ ਜਾਂਦੀ ਹੈ। ਤੇ ਉਹਨੂੰ ਜ਼ਹਿਰ ਪੀਣਾ ਪੈ ਗਿਆ। ਗਲ ਦੇ ਵਿੱਚ ਜ਼ਹਿਰ ਧਾਰਨ ਕੀਤਾ ਹੋਇਆ, ਨੀਲਕੰਠ ਬਣੇ ਹੋਏ ਹਨ। ਕੌਣ ਕੌਣ ਕਿਨੀ ਇਹ ਸਮਰੱਥ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿੰਦੇ ਦੇਖੋ ਰਾਜਾ ਜੈ ਸਿੰਘ ਕਿਹਨਾਂ ਕਿਹਨਾਂ ਮਹਾਂਪੁਰਸ਼ਾਂ ਦੀ ਮਿਸਾਲ ਦਈਏ। ਵੱਡੇ ਵੱਡੇ ਜਿਹੜੇ ਅਵਤਾਰੀ ਪੁਰਸ਼ ਹੋਏ, ਸਮਰੱਥਾ ਵਾਲੇ, ਪਾਵਰਾਂ ਵਾਲੇ, ਤਾਕਤਾਂ ਵਾਲੇ, ਸਕਲ ਚਲੇ ਭਾਵੀ ਕੇ ਹੱਥ। ਉਹ ਭਾਵੀ ਦੇ ਅਧੀਨ ਰਹੇ ਹਨ। ਭਾਵੀ ਬੜੀ ਪ੍ਰਬਲ ਹੈ। ਹੁਕਮ ਅਕਾਲ ਪੁਰਖ ਦਾ ਬੜਾ ਹੀ ਵੱਡਾ ਹੈ। ਹੁਕਮੇ ਜੰਮਣ ਹੁਕਮੇ ਮਰਨਾ, ਸਾਰੀ ਖੇਡ ਹੁਕਮ ਦੀ ਹੈ। ਜਿਮ ਪਰਮੇਸ਼ਰ ਕ੍ਰਿਤ ਕੋ ਠਾਨੈ। ਜਿਸ ਤਰ੍ਹਾਂ ਪਰਮੇਸ਼ਰ ਕਰਦਾ ਹੈ, ਕਰਤਾ ਪੁਰਖ ਜਿਵੇਂ ਚਾਹੁੰਦਾ ਹੈ। ਹਿਰਦੇ ਆਨੰਦ ਤਾਰ ਸੋ ਮਨ। ਜਿਹੜੇ ਸਾਧੂ ਮਹਾਂਪੁਰਸ਼ ਹੁੰਦੇ ਨੇ ਉਹਨੂੰ ਮੰਨ ਲੈਂਦੇ ਨੇ। ਉਹ ਵਾਹਿਗੁਰੂ ਦੇ ਭਾਣੇ ਨੂੰ ਖੁਸ਼ੀ ਖੁਸ਼ੀ ਮੰਨਦੇ ਨੇ। ਇਹ ਸੰਤਨ ਕੋ ਮਤ ਹੈ ਸਾਚਾ। ਇਹ ਸੰਤਾਂ ਦਾ ਮਤ ਹੈ। ਸੰਤਾਂ ਦੀ ਇਹ ਮਰਜ਼ਾਦਾ ਹੈ। ਸੰਤ ਉਹ ਹੈ ਜਿਹੜਾ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸ਼੍ਰੀ ਨਾਨਕ ਵਿੱਚ ਸ਼ਬਦ ਉਬਾਚਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਗੱਲ ਕਹੀ ਹੈ ਵੀ ਹੁਕਮ ਤੋਂ ਬਾਹਰ ਨਾ ਜਾਓ। ਹੁਕਮ ਤੋਂ ਬਾਹਰ ਜਾ ਨਹੀਂ ਸਕਦਾ ਕੋਈ ਵੀ, ਪਰ ਉੱਦਾਂ ਕੋਸ਼ਿਸ਼ ਕਰਦੇ ਆ ਲੋਕ ਤੇ ਮੂੰਹ ਦਿਖਾ ਕੇ ਮੁੜ ਆਉਂਦੇ ਆ। ਫਿਰ ਜਿਹੜਾ ਹੁਕਮ ਮੰਨਣਾ ਹੀ ਪੈਣਾ, ਰੋ ਕੇ ਮੰਨਣਾ ਪੈਣਾ, ਹੱਸ ਕੇ ਮੰਨ ਲਓ। ਜਿਹੜਾ ਹੁਕਮ ਮੰਨਣਾ ਹੀ ਪੈਣਾ, ਰੋ ਕੇ ਵੀ ਮੰਨਣਾ ਪੈਣਾ, ਹੱਸ ਕੇ ਵੀ ਮੰਨਣਾ ਪੈਣਾ। ਤੇ ਜੇ ਖੁਸ਼ੀ ਖੁਸ਼ੀ ਮੰਨ ਲਓਗੇ ਤੇ ਕਿਰਪਾ ਹੋ ਜਾਏਗੀ, ਤੇ ਰੋ ਕੇ ਮੰਨੋਗੇ ਤੇ ਕਿਰਪਾ ਨਹੀਂ ਹੋਵੇਗੀ। ਹਾਂਜੀ। ਜਥਾ ਜੋਗ ਈਸ਼ਰ ਸਭ ਕਰਤਾ। ਮਹਾਰਾਜ ਕਹਿੰਦੇ ਈਸ਼ਵਰ ਵਾਹਿਗੁਰੂ ਜਥਾ ਜੋਗ ਕਰਦਾ। ਜੋ ਕਰਦਾ ਜਥਾ ਜੋਗ ਹੀ ਕਰਦਾ। ਪਰਮਾਤਮਾ ਨਹੀਂ ਕਦੀ ਗਲਤ ਕਰਦਾ। ਸਾਨੂੰ ਲੱਗਦਾ ਵੀ ਇਹ ਪੁੱਠਾ ਕੰਮ ਹੋ ਗਿਆ, ਇਹ ਗਲਤ ਹੋ ਗਿਆ, ਇਹ ਨਹੀਂ ਹੋਣਾ ਚਾਹੀਦਾ ਸੀ, ਪਰ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਉਹ ਕਰਦਾ ਹੈ ਤੇ ਠੀਕ ਹੀ ਕਰਦਾ ਹੈ। ਮੂੜ ਅਜਾਨ ਤਰਕ ਤਿਸ ਧਰਤਾ। ਮੂਰਖ ਅਣਜਾਣ ਘੱਟ ਬੁੱਧੀ ਵਾਲੇ ਲੋਕ ਵਾਹਿਗੁਰੂ ਦੇ ਕੀਤੇ ਉੱਤੇ ਸ਼ੰਕੇ ਕਰਨ ਲੱਗ ਜਾਂਦੇ, ਤਰਕਾਂ ਕਰਨ ਲੱਗ ਜਾਂਦੇ। ਇਹ ਰੱਬ ਨੇ ਕੀ ਕਰਤਾ, ਇਹ ਰੱਬ ਨੇ ਮਾੜਾ ਕਰਤਾ, ਇੱਦਾਂ ਨਹੀਂ ਕਰਨਾ ਚਾਹੀਦਾ ਸੀ, ਅਸੀਂ ਲੁੱਟੇ ਗਏ, ਇੱਦਾਂ ਹੋ ਗਿਆ। ਦੁਨੀਆ ਰੋਂਦੀ ਹੈ ਤੇ ਰੱਬ ਨੂੰ ਉਲਾਂਭੇ ਦਿੰਦੀ ਹੈ। ਇਹ ਮੂਰਖਾਂ ਦਾ ਕੰਮ ਹੈ। ਉਹ ਕਹੇ ਬਹੁਰ ਗੁਨਾਹੀ ਹੋਏ। ਕਹਿੰਦੇ ਫੇਰ ਵੀ ਭੋਗਣਾ ਤਾਂ ਪੈਂਦਾ ਹੀ ਕਰਮ ਆਪਣਾ। ਸਜ਼ਾ ਭੋਗਣੀ, ਪੀੜ ਸਹਿਣੀ ਹੈ। ਤੇ ਪੀੜ ਸਹਿ ਕੇ ਜੇ ਭਾਣਾ ਨਾ ਮੰਨੋ, ਰੱਬ ਨੂੰ ਉਲਾਂਭੇ ਦਿਓ, ਫਿਰ ਗੁਨਾਹਗਾਰ ਬਣ ਜਾਂਦੇ, ਹੋਰ ਗੁਨਾਹ ਹੋ ਜਾਂਦਾ ਹੈ। ਪਹਿਲੇ ਦੇ ਕਰਮਾਂ ਦੀ ਸਜ਼ਾ ਭੋਗ ਹੀ ਰਿਹਾ ਸੀਗਾ। ਜਿਵੇਂ ਮਹਾਰਾਜ ਨੇ ਲਿਖਿਆ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੁਕਿਰਤ ਸੁਕਿਰਤ ਥਾਰੋ ਕਰਮਰੀ। ਹੇ ਜੀਵ ਰੂਪੀ ਇਸਤਰੀ, ਤੇਰੇ ਕਰਮਾਂ ਦੀ ਹੈ ਸਾਰੀ ਖੇਡ। ਕਿਉਂ ਨਿੰਦਾ ਕਰਦੀ ਪਰਮੇਸ਼ਰ ਦੀ? ਆਪਣਾ ਬੀਜਾ ਹੀ ਵੱਢ ਰਿਹਾ। ਤੋ ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਹਨ। ਭਾਣੇ ਕੋ ਨਾ ਮਾਨ ਹੈ ਜੋਏ। ਕਹਿੰਦੇ ਜਿਹੜੇ ਬੰਦੇ ਭਾਣੇ ਨੂੰ ਨਹੀਂ ਮੰਨਦੇ, ਜਾਂ ਤੇ ਸੁਨਹੁ ਰੇਸ਼ਰ ਧਰੀਏ। ਹੇ ਰਾਜਾ ਸੁਣੋ, ਪ੍ਰਭ ਭਾਣੇ ਕੋ ਤਰਕ ਨ ਕਰੀਏ। ਜੈ ਸਿੰਘ ਪਰਮੇਸ਼ਰ ਦੇ ਭਾਣੇ ਤੇ ਤਰਕ ਨਹੀਂ ਕਰਨੀ। ਜੋ ਕਰ ਰਿਹਾ ਠੀਕ ਕਰ ਰਿਹਾ।
ਜੇ ਸਾਡੇ ਸਰੀਰ ਤੇ ਖੇਚਲ ਆਉਣੀ ਹੈ ਨਾ ਸੀਤਲਾ ਦੀ ਚੇਚਕ ਦੀ, ਤਾਂ ਇਹਨੂੰ ਕੋਈ ਮੇਟ ਨਹੀਂ ਸਕਦਾ। ਇਹ ਅਸੀਂ ਸਹਿਣਾ ਹੈ, ਭਾਣਾ ਮੰਨਣਾ ਹੈ ਅਸੀਂ। ਈਸ਼ਰ ਕੀ ਮਰਜ਼ੀ ਮਹਿ ਚਾਲੇ। ਈਸ਼ਵਰ ਦੀ ਮਰਜ਼ੀ ਵਿੱਚ ਚੱਲਣਾ ਹੈ। ਸਾਡੇ ਸਾਰੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਤਤੀਆਂ ਤਵੀਆਂ ਤੇ ਬਹਿ ਗਏ ਤੇ ਅਸੀਂ ਉਹਨਾਂ ਦੇ ਬੱਚੇ ਹਾਂ। ਅਸੀਂ ਕਿਵੇਂ ਮਰਿਆਦਾ ਦਾ ਉਲੰਘਣ ਕਰ ਸਕਦੇ ਹਾਂ? ਹਰਖ ਸਹਤਮਤ ਸੰਤ ਬਿਸਾਲੇ। ਜਿਹੜੇ ਸੰਤ ਮਹਾਤਮਾ ਹੁੰਦੇ ਨੇ ਖੁਸ਼ੀ ਖੁਸ਼ੀ ਭਾਣਾ ਮੰਨ ਲੈਂਦੇ ਨੇ। ਸੰਪੂਪਤ ਗੁਰ ਬਾਣੀ ਸਾਰ। ਸਤਿਗੁਰੂ ਜੀ ਦੇ ਬਚਨ ਗੁਰੂ ਕੀ ਬਾਣੀ ਦਾ ਨਿਚੋੜ ਸੀਗਾ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਅੰਸ਼ ਸੀ ਜਿਹੜਾ ਗੁਰੂ ਸਾਹਿਬ ਕਹਿ ਰਹੇ ਸਨ ਵੀ ਭਾਣਾ। ਸਾਧ ਸੰਗਤ ਜੀ ਤਿੰਨੇ ਹੀ ਗੱਲਾਂ ਨੇ। ਇਹ ਹਉਮੈ ਤਜਨ ਨਾਮ ਲੈ ਵਿਲਾਵਣ, ਭਾਣਾ ਮੰਨਣ ਪੰਥੇ ਪਾਵਨ। ਇਹ ਦੋ ਪੰਕਤੀਆਂ 'ਚ ਸਾਰਾ ਗੁਰਮਤ ਦਾ ਨਿਚੋੜ ਕੱਢ ਕੇ ਲਿਖ ਦਿੱਤਾ। ਹਉਮੈ ਤਜਨ, ਮੈਂ ਹੈ ਨਹੀਂ ਤੂੰ ਹੀ ਹੈ। ਮੈਂ ਤੇ ਤੂੰ ਦਾ ਰੌਲਾ ਸਾਰਾ। ਜਿਸ ਦਿਨ ਮੈਂ ਮਿਟ ਗਈ ਉਸ ਦਿਨ ਮੁਕਤੀ ਹੋਣੀ ਹੈ। ਜਿੰਨਾ ਚਿਰ ਨਹੀਂ ਮਿਟਦੀ ਉਹਨਾਂ 84 ਦਾ ਗੇੜਾ ਸਾਡਾ ਚੱਲ ਰਿਹਾ, ਚੱਲੀ ਜਾਂਦਾ। ਹਉਮੈ ਤਜਨ ਨਾਮ ਲੈ ਵਿਲਾਵਣ, ਤੂੰ 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 ਕਰਨਾ, ਮੈਂ ਛੱਡਣਾ। ਭਾਣਾ ਮੰਨਣ ਤੇ ਭਾਣਾ ਮੰਨਣਾ, ਪੰਥੇ ਪਾਵਨ, ਇਹ ਰਸਤਾ ਬਸ। ਪਰ ਇਹ ਕਹਿਣਾ ਸੌਖਾ, ਕਥਾ ਕਰਨੀ ਸੌਖੀ, ਕਰਨਾ ਬੜਾ ਔਖਾ ਹੈ। ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ। ਹਉਮੈ ਤਜਨ ਨਾਮ ਲੈ ਵਿਲਾਵਣ, ਭਾਣਾ ਮੰਨਣ ਪੰਥੇ ਪਾਵਨ। ਇਹ ਪੰਥ ਹੈ ਗੁਰੂ ਦਾ, ਇਹ ਰਸਤਾ ਹੈ ਗੁਰੂ ਦਾ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਦੱਸੇ, ਹਿਰਦਾ ਵਿਚਾਰਤ ਤੂੰ ਸ਼ਲਕਾਰ। ਰਾਜਾ ਜੈ ਸਿੰਘ ਸੋਚਾਂ 'ਚ ਪੈ ਗਿਆ। ਮਨ 'ਚ ਵਿਚਾਰ ਕਰਨ ਲੱਗ ਪਿਆ ਵੀ ਗੁਰੂ ਸਾਹਿਬ ਕਿੱਦਾਂ ਦੇ ਬਚਨ ਕਰ ਰਹੇ ਨੇ। ਇੱਦਾਂ ਤਾਂ ਕਦੀ ਨਹੀਂ ਹੁੰਦਾ ਵੀ ਜਿਵੇਂ ਕਰ ਰਹੇ ਅੱਜ। ਲੱਗਦਾ ਵੀ ਇਹ ਕੋਈ ਹੋਰ ਹੀ ਖੇਡ ਕਰਨਗੇ। ਹਾਂਜੀ। ਕਹਾ ਕਹਿਨ ਸਰਬਗਨ ਸੰਗ। ਫਿਰ ਇਹ ਵੱਡੇ ਪੁਰਸ਼ ਸਰਬੱਗ ਹਨ, ਅੰਤਰਜਾਮੀ ਹਨ। ਇਹਨਾਂ ਨਾਲ ਬਹੁਤੀ ਬਹਿਸ ਵੀ ਨਹੀਂ ਕਰੀਦੀ ਹੁੰਦੀ। ਸੰਤਾਂ ਮਹਾਂਪੁਰਸ਼ਾਂ ਨਾਲ ਨਾ ਬਹੁਤੇ ਕਿੰਤੂ ਪਰੰਤੂ ਨਾ ਕਰੋ। ਬਸ ਜੇ ਇੱਕ ਵਾਰੀ ਬੇਨਤੀ ਕਰ ਦੋ, ਅਗਰ ਮੰਨਦੇ ਆ ਠੀਕ ਹੈ, ਨਹੀਂ ਤਾਂ ਜਿਵੇਂ ਉਹ ਕਹਿੰਦੇ ਉਵੇਂ ਕਰ ਲਓ। ਰਾਜਾ ਕਹਿੰਦਾ ਵੀ ਇਹਨਾਂ ਮਹਾਂਪੁਰਸ਼ਾਂ ਨਾਲ ਬਹੁਤੀ ਬਹਿਸ ਕਰਨੀ ਠੀਕ ਨਹੀਂ ਹੈ। ਜੋ ਕੁਛ ਕਰਹਿ ਸੋ ਆਪਨ ਉਮੰਗ। ਜੋ ਕਰਨਗੇ ਆਪਣੀ ਮਰਜ਼ੀ ਨਾਲ ਸਤਿਗੁਰੂ ਜੀ ਕਰਨਗੇ। ਬੈਠਿਓ ਰਹਿਓ ਸੋ ਕੇਤਕ ਕਾਲ। ਰਾਜਾ ਜੈ ਸਿੰਘ ਕੁਝ ਸਮਾਂ ਜ਼ਮੀਨ ਤੇ ਬੈਠਾ ਰਿਹਾ। ਦੇਖ ਗੁਰੂ ਤਨ ਚਿੰਤ ਵਿਸਾਲ। ਪਰ ਮਹਾਰਾਜ ਦੇ ਸਰੀਰ ਦਾ ਕਸ਼ਟ ਵੇਖ ਕੇ ਚਿੰਤਾ ਕਰਨ ਲੱਗ ਪਿਆ। ਰਾਜੇ ਨੂੰ ਪ੍ਰੇਮ ਹੋ ਗਿਆ ਸਤਿਗੁਰਾਂ ਨਾਲ, ਬੜੀ ਭਾਵਨਾ ਬਣ ਗਈ ਤੇ ਹੁਣ ਉਹਨੂੰ ਚਿੰਤਾ ਹੋ ਗਈ ਵੀ ਮਹਾਰਾਜ ਸਾਹਿਬ ਜੀ ਅਜੇ ਉਮਰ ਕਿਹੜੀ ਸੀ ਮਹਾਰਾਜ ਦੀ? ਪੌਣੇ 8 ਸਾਲ ਦੀ ਉਮਰ 'ਚ ਸੱਚਖੰਡ ਗਏ ਆ। ਪੌਣੇ 8 ਸਾਲ, 8 ਸਾਲ ਪੂਰੇ ਨਹੀਂ ਹੋਏ ਤੇ ਇੰਨੀ ਛੋਟੀ ਉਮਰ ਦੇ ਵਿੱਚ ਐਡਾ ਭਾਰੀ ਕਸ਼ਟ ਸਰੀਰ ਤੇ ਆ ਗਿਆ ਹੈ। ਹਜ਼ਰਤ ਮੇਲ ਨਹੀਂ ਬਨ ਆਵੇ। ਉਧਰੋਂ ਔਰੰਗਜ਼ੇਬ ਜਿੱਦ ਕਰਦਾ ਮੈਨੂੰ ਦਰਸ਼ਨ ਦੇਣ, ਤੇ ਇਸ ਹਾਲਤ ਵਿੱਚ ਤਾਂ ਇਹਨਾਂ ਨੇ ਕੀ ਦਰਸ਼ਨ ਦੇਣੇ ਆ ਜਦੋਂ ਉੱਠ ਕੇ ਵੀ ਬਹਿਣਾ ਔਖਾ ਹੋ ਗਿਆ। ਮੰਜੇ ਤੇ ਬਿਰਾਜੇ ਹਨ, ਲੰਮੇ ਪਏ ਹਨ। ਜਬ ਲੋ ਬੈਠਣਾ ਸਭਾ ਲਗਾਵੇ। ਉਹਨਾਂ ਚਿਰ ਤਾਂ ਦਰਸ਼ਨ ਦੀ ਗੱਲ ਕੀਤੀ ਨਹੀਂ ਜਾ ਸਕਦੀ ਜਿੰਨਾ ਚਿਰ ਗੁਰੂ ਸਾਹਿਬ ਰਾਜੀ ਖੁਸ਼ੀ ਹੋ ਕੇ ਬੁਖਾਰ ਤੋਂ, ਚਿੱਚ ਸੀਤਲਾ ਤੋਂ ਨਿਕਲ ਕੇ ਆਪਣੇ ਆਪ ਤੰਦਰੁਸਤ ਹੋ ਕੇ ਦੀਵਾਨ ਵਿੱਚ ਬੈਠਣ ਜੋਗੇ ਨਹੀਂ ਹੋ ਜਾਂਦੇ। ਕਰਨ ਉਪਾਏ ਅਨੇਕਾਂ ਭਾਂਤ। ਅਨੇਕਾਂ ਪ੍ਰਕਾਰ ਦੇ ਉਪਾਅ ਔਰੰਗਜ਼ੇਬ ਕਰੇਗਾ ਦਰਸ਼ਨ ਕਰਨ ਵਾਸਤੇ, ਜਿੱਦ ਕਰੇਗਾ, ਰੋਜ਼ ਮੈਨੂੰ ਆਖੇਗਾ। ਦਾਸਨ ਸਾਥ ਕਹੀ ਬਹੁ ਬਾਤ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਲਾਜ ਬਾਰੇ, ਦਵਾਈ ਬੂਟੀ ਬਾਰੇ, ਉਹਨਾਂ ਦੇ ਸਰੀਰ ਦੀ ਜੋ ਵੀ ਚਿੰਤਾ ਸੀ ਰਾਜੇ ਨੇ ਗੁਰੂ ਕੇ ਸਿੱਖਾਂ ਨਾਲ ਕੀਤੀ। ਕਿਉਂਕਿ ਮਹਾਰਾਜ ਤਾਂ ਇੱਕ ਦੋ ਬਚਨ ਕਹਿ ਕੇ ਚੁੱਪ ਕਰ ਗਏ। ਸਤਿਗੁਰੂ ਜੀ ਪਹਿਲਾਂ ਵੀ ਨਹੀਂ ਸੀ ਬੋਲੇ, ਪਰ ਜਦੋਂ ਰਾਜੇ ਨੇ ਬਾਰ-ਬਾਰ ਆਖਿਆ ਤੇ ਇੰਨੀ ਗੱਲ ਕਹੀ ਵੀ ਰਾਜਾ ਭਾਣਾ ਮੰਨੀ ਦਾ ਹੁੰਦਾ। ਤੇ ਰਾਜਾ ਹੁਣ ਸਿੱਖਾਂ ਨਾਲ ਗੱਲਾਂ ਕਰਦਾ। ਭਾਈ ਗੁਰਬਖਸ਼ ਜੀ, ਸਤੀਦਾਸ ਜੀ, ਮਤੀਦਾਸ ਜੀ, ਭਾਈ ਦਰਗਾਹ ਮੱਲ ਜੀ, ਮਾਤਾ ਕਿਸ਼ਨ ਕੌਰ ਜੀ, ਜਿਹੜੇ ਗੁਰੂ ਘਰ ਦੇ ਮੁਖੀਏ ਸੀਗੇ, ਉਹਨਾਂ ਦੇ ਨਾਲ ਰਾਜਾ ਜੈ ਸਿੰਘ ਵਿਚਾਰ ਕਰਦਾ ਵੀ ਸਤਿਗੁਰੂ ਜੀ ਦੇ ਸਰੀਰ ਦਾ ਕੋਈ ਇਲਾਜ ਕਰੀਏ। ਅੰਤਰ ਮਾਤਾ ਪਰਦੇ ਮਾਹੇ। ਮਾਤਾ ਕਿਸ਼ਨ ਕੌਰ ਜੀ ਅੰਦਰ ਪਰਦੇ 'ਚ ਬੈਠੇ ਸਨ। ਮਸਤਕ ਟੇਕ ਪਠਿਓ ਨਰ ਨਾਹੇ। ਰਾਜੇ ਨੇ ਮਾਤਾ ਜੀ ਨੂੰ ਵੀ ਮੱਥਾ ਟੇਕਣਾ ਕਹਿ ਭੇਜਿਆ। ਪਰ ਆਏ ਇਸ ਲਈ ਬੰਧਨ ਠਾਨ। ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਅਤੇ ਮੱਥਾ ਟੇਕ ਕੇ ਉਠਿਓ ਨਰੇਸ਼ਰ ਕਰਨ ਪਿਆਨ। ਰਾਜਾ ਜੈ ਸਿੰਘ ਵਾਪਸ ਜਾਣ ਲਈ ਉੱਠਿਆ ਮਹਿਰ ਪੌਰ ਪਰ ਬੰਧਨ ਕਰਕੇ। ਤੇ ਬਾਹਰ ਨਿਕਲ ਕੇ ਦਰਵਾਜ਼ੇ 'ਚੋਂ ਫੇਰ ਮੱਥਾ ਟੇਕਿਆ ਰਾਜੇ ਨੇ। ਗਮਨਿਓ ਨਿਜ ਵਾਹਨ ਪਰ ਚਰਕ। ਆਪਣੀ ਸਵਾਰੀ ਤੇ ਚੜ੍ਹ ਕੇ ਵਾਪਸ ਬੰਗਲੇ ਨੂੰ ਚਲਾ ਗਿਆ। ਸਦਨ ਆਪਨੇ ਪਹੁੰਚਿਓ ਜਾਏ। ਜਿੱਥੇ ਅੱਜ ਕੱਲ੍ਹ ਬੰਗਲਾ ਸਾਹਿਬ ਹੈ ਗੁਰਦੁਆਰਾ, ਇਹ ਉਹਦਾ ਬੰਗਲਾ ਸੀਗਾ ਰਾਜੇ ਦਾ। ਇੱਥੇ ਬਹੁਤ ਵੱਡਾ ਉਹਦਾ ਸਾਜੋ ਸਮਾਨ ਸੀ। ਜਿਹੜਾ ਬਾਲਾ ਸਾਹਿਬ ਹੈ ਇੱਥੇ ਉਹਦਾ ਤੋਪਖਾਨਾ ਸੀਗਾ। ਆਪਸ ਵਿੱਚ ਕਾਫੀ ਡਿਸਟੈਂਸ ਹੈਗਾ ਦੋਵਾਂ ਸਥਾਨਾਂ ਦਾ।
ਸੋ ਬਾਲਾ ਸਾਹਿਬ ਤੋਂ ਵਾਪਸ ਬੰਗਲੇ ਸਾਹਿਬ ਆ ਗਿਆ। नाना रस के भोजन खाए ਨਾਨਾ ਪ੍ਰਕਾਰ ਦੇ ਭੋਜਨ ਛਕ ਕੇ अब रंग निकट जाए सब गाए ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਮਿਲਿਆ ਤੇ ਸਾਰੀ ਗੱਲ ਦੱਸੀ ਵੀ ਬਾਦਸ਼ਾਹ ਮੈਂ ਗੁਰੂ ਸਾਹਿਬ ਜੀ ਨੂੰ ਤੁਹਾਡੇ ਮਿਲਣ ਵਾਸਤੇ ਬੇਨਤੀ ਤਾਂ ਕੀਤੀ ਹੈ, ਪਰ ਗੁਰੂ ਸਾਹਿਬ ਦਾ ਹੁਣ ਸਰੀਰ ਠੀਕ ਨਹੀਂ ਹੈ, ਉਹਨਾਂ ਦੇ ਉੱਤੇ ਬਹੁਤ ਭਾਰੀ ਬੁਖਾਰ ਨੇ ਹਮਲਾ ਕੀਤਾ ਤੇ ਸੀਤਲਾ ਨਿਕਲ ਆਈ ਹੈ। प्रथम देह ज्वर सो होए आई ਪਹਿਲਾਂ ਮਹਾਰਾਜ ਨੂੰ ਬੁਖਾਰ ਚੜਿਆ ਸੀ ਕੱਲ, ਤੇ ਅੱਜ ਸਵੇਰ ਦੇ ਉਹਨਾਂ ਦੇ ਸਰੀਰ ਦੇ ਉੱਤੇ ਦਾਣੇ ਦਾਣੇ ਹੋ ਗਏ ਨੇ, ਜਿਹੜੇ ਸਿੱਧ ਹੋ ਰਿਹਾ ਵੀ ਵੱਡੀ ਮਾਤਾ ਨਿਕਲੀ ਹੈ। अब है शीतला दई दिखाई ਹੁਣ ਸੀਤਲਾ ਨੇ ਦਿਖਾਈ ਦਿੱਤੀ ਹੈ ਤੇ ਸਤਿਗੁਰੂ ਜੀ ਦਾ ਸਰੀਰ ਖੇਚਲ ਵਿੱਚ ਹੈ, ਕਸ਼ਟ ਵਿੱਚ ਹੈ, बाढ़ रहे घर पिखे सजाई ਔਰ ਉਹ ਆਪਣੇ ਆਪਰੰਗੇ ਤੇ ਬਿਰਾਜੇ ਸਨ। ਮੈਂ ਹੁਣੇ ਦੇਖ ਕੇ ਆਇਆ, ਮਹਾਰਾਜ ਦੇ ਦਰਸ਼ਨ ਕਰਕੇ ਆਇਆ ਹਾਂ। सनत शाह चित महलख आप ਬਾਦਸ਼ਾਹ ਔਰੰਗਜ਼ੇਬ ਸੁਣ ਕੇ ਸੋਚਣ ਲੱਗਾ बिदत्यो राम राय को श्राप ਕਿ ਇਹ ਜਿਹੜਾ ਬਾਬੇ ਰਾਮ ਰਾਏ ਨੇ ਸ਼ਰਾਪ ਦਿੱਤਾ ਸੀ ਨਾ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੀਤਲਾ ਦੇ ਨਾਲ ਆਪਣਾ ਸਰੀਰ ਛੱਡ ਦੇਣਗੇ, ਲੱਗਦਾ ਉਹ ਬਚਨ ਪ੍ਰਗਟ ਹੋ ਗਿਆ ਹੈ। जय सिंह संग कहियो तिह समय ਰਾਜਾ ਜੈ ਸਿੰਘ ਨੂੰ ਬਾਦਸ਼ਾਹ ਕਹਿਣ ਲੱਗਾ सुध लेहो नित देहो सब पुन हमें ਕਿ ਸਾਨੂੰ ਰੋਜ਼ ਦੀ ਰੋਜ਼ ਖਬਰ ਲੈ ਭੇਜਦੇ ਰਹਿਣਾ, ਤੁਸੀਂ ਉਹਨਾਂ ਦੇ ਸਰੀਰ ਦਾ ਪਤਾ ਲੈਂਦੇ ਰਹਿਣਾ ਤੇ ਮੈਨੂੰ ਵੀ ਦੱਸਦੇ ਰਹਿਣਾ ਵੀ ਸਤਿਗੁਰੂ ਜੀ ਦਾ ਸਰੀਰ ਹੁਣ ਕਿਹੜੀ ਹਾਲਤ ਵਿੱਚ ਹੈ, ਹੁਣ ਕਿਵੇਂ ਹੈ, ਰੋਜ਼ ਦੀ ਰੋਜ਼ ਮੈਨੂੰ ਖਬਰ ਪਹੁੰਚਾਉਂਦੇ ਰਹਿਣਾ। पहर अपर प्रसंग चलाए ਫਿਰ ਬਾਦਸ਼ਾਹ ਆਪਣੀ ਕਚਹਿਰੀ ਦੇ ਹੋਰ ਕੰਮਾਂ 'ਚ ਰੁੱਝ ਗਿਆ। शाह सभा सब ही बिस्माए ਬਾਦਸ਼ਾਹ ਦੀ ਕਚਹਿਰੀ ਸਾਰੀ ਹੈਰਾਨ ਸੀ ਵੀ ਇਹ ਗੁਰੂ ਸਾਹਿਬ ਕੀ ਖੇਡ ਰਚਾਉਣ ਲੱਗੇ ਐ। ਬਾਬੇ ਰਾਮ ਰਾਏ ਨੇ ਵੀ ਬਚਨ ਸ਼ਰੇਆਮ ਕੀਤਾ ਸੀ ਕਚਹਿਰੀ ਵਿੱਚ ਬਈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੀਤਲਾ ਦੇ ਨਾਲ ਸਰੀਰ ਛੱਡਣਗੇ, ਤੇ ਉਹ ਤਾਂ ਉਹਨਾਂ ਨੇ ਈਰਖਾ ਨਾਲ ਛੱਡਿਆ ਸੀ ਬਚਨ। ਸੰਗਤ ਨੇ ਆਖਿਆ ਮਹਾਰਾਜ ਤੁਸੀਂ ਇਹਨਾਂ ਦਾ ਬਚਨ ਖਾਲੀ ਕਰ ਦਿਓ, ਮੋੜ ਦਿਓ, ਤੁਹਾਡੇ ਅੱਗੇ ਕਿਹੜਾ ਅੜ ਸਕਦਾ ਹੈ। ਸਤਿਗੁਰੂ ਕਹਿੰਦੇ ਭਾਈ ਅੜ ਤਾਂ ਨਹੀਂ ਸਕਦਾ, ਪਰ ਸਾਡਾ ਵੱਡਾ ਭਰਾ ਹੈ ਤੇ ਉਹਨੂੰ ਮਹਾਰਾਜ ਸਾਡੇ ਪਿਤਾ ਸਤਿਗੁਰੂ ਰਾਏ ਸਾਹਿਬ ਜੀ ਨੇ ਕਹਿ ਕੇ ਭੇਜਿਆ ਵੀ ਜੋ ਤੂੰ ਕਹੇਗਾ ਹੋ ਜਾਏਗਾ। ਇਸ ਕਰਕੇ ਜੇ ਹੁਣ ਅਸੀਂ ਉਹਨਾਂ ਦਾ ਬਚਨ ਮੋੜਦੇ ਹਾਂ ਤੇ ਉਹ ਸਾਡੇ ਪਿਤਾ ਗੁਰਦੇਵ ਦੇ ਬਚਨਾਂ ਦੀ ਸ਼ਕਤੀ ਘਟਦੀ ਹੈ, ਅਸੀਂ ਬਚਨ ਮੰਨਣਾ ਹੀ ਮੰਨਣਾ ਹੈ। ਫਿਰ ਸੰਗਤ ਨੇ ਆਖਿਆ ਮਹਾਰਾਜ ਤੁਸੀਂ ਵੀ ਕੋਈ ਬਚਨ ਛੱਡੋ। ਮਹਾਰਾਜ ਕਹਿੰਦੇ ਅਸੀਂ ਕਿਸੇ ਨੂੰ ਵਾਰ ਸਰਾਪ ਨਹੀਂ ਦਿੰਦੇ, ਪਰ ਜੇ ਤੁਸੀਂ ਇਹ ਕਹਿੰਦੇ ਹੋ ਵੀ ਗੁਰੂ ਨਾਨਕ ਦੀ ਗੱਦੀ ਦਾ ਪ੍ਰਤਾਪ ਇਹ ਵੀ ਦਿਖਾਣਾ ਜ਼ਰੂਰੀ ਹੈ, ਤੇ ਫਿਰ ਦੇਖੋ ਬਾਬਾ ਰਾਮ ਰਾਏ ਜੀ ਈਰਖਾ ਦੀ ਅੱਗ 'ਚ ਸੜਦੇ ਨੇ, ਸਾਰੀ ਉਮਰ ਸੜਦੇ ਹੀ ਰਹਿਣਗੇ ਤੇ ਅਖੀਰ ਵੀ ਜਿਉਂਦੇ ਹੀ ਸੜਨਗੇ ਤੇ ਬਿਨਾਂ ਔਲਾਦ ਦੇ ਜਾਣਗੇ, ਬੱਚਾ ਨਹੀਂ ਹੋਵੇਗਾ। 4 ਵਿਆਹ ਕਰਾਏ ਬਾਬੇ ਰਾਮ ਰਾਏ ਜੀ ਨੇ, ਬੱਚਾ ਨਹੀਂ ਹੋਇਆ। ਈਰਖਾ ਵੀ ਉੱਦਾਂ ਸਾਰੀ ਉਮਰ ਅੰਦਰ ਬਣੀ ਰਹੀ। ਤੇ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਪੌਂਟੇ ਸਾਹਿਬ ਬੈਠੇ ਸਨ ਉਦੋਂ ਮਸੰਦਾਂ ਨੇ ਜਿਉਂਦੇ ਸਾੜਤੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਸੀਤਲਾ ਸਾਰੇ ਸਰੀਰ ਤੇ ਕੱਲ ਆਪਾਂ ਅੱਗੇ ਜਿਹੜੀ ਕਥਾ ਆਵੇਗੀ ਹੁਣ ਉਹਦੇ ਵਿੱਚ ਮਹਾਰਾਜ ਦੇ ਸਰੀਰ ਤੇ ਸੀਤਲਾ ਦੇ ਦਾਣੇ ਵਧ ਜਾਣਗੇ। ਜਦੋਂ ਕਿਸੇ ਦੇ ਨਿਕਲਦੀ ਹੈ ਨਾ ਬਹੁਤ ਤਕਲੀਫ ਦਿੰਦੀ ਹੈ, ਪੈਰਾਂ ਦੇ ਚਰਨਾਂ ਦੇ ਤੱਕ ਸਾਰੇ ਸਰੀਰ ਦੇ ਉੱਤੇ ਇਹ ਫੈਲ ਜਾਂਦੀ ਹੈ ਤੇ ਮਹਾਰਾਜ ਬਹੁਤ ਕਸ਼ਟ ਵਿੱਚ ਰਹਿ ਕੇ ਸੱਚਖੰਡ ਜਾਣਗੇ ਤੇ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ਼ਾਰਾ ਕਰ ਜਾਣਗੇ ਬਾਬਾ ਬਕਾਲੇ ਦਾ। ਉਹ ਕਥਾ ਅੱਗੇ ਚੱਲੇਗੀ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ